सतनाम श्री वाहिगुरु साहिब जी। हम सिंध तरे मुकताद सुने, मुकताद कहा सुखताद लुने। वह पूपन को यत्न करके, अतकीन प्रसन्न लज्जा हर के। हम सिंध तरे मुकताद सुने। वाहिगुरु जी का खालसा वाहिगुरु जी की फतेह। विराग शतक के 24 छंद कर चुके हैं। ਤੋਟਕ ਛੰਦ ਦੀ ਪ੍ਰਾਰੰਭਤਾ ਹੋਈ ਸੀ। ਅੱਜ ਤੋਟਕ ਛੰਦ ਜੋ 5ਵਾਂ ਹੈ ਉਸ ਦੀ ਵਿਚਾਰ ਆਪਾਂ ਕਰਾਂਗੇ। ਜੋਗੀ ਰਾਜ ਭਰਤਰੀ ਜੀ ਲਿਖਦੇ ਹਨ, ਹਮ ਸਿੰਧ ਤਰੇ ਮੁਕਤਾਦ ਸੁਨੇ। ਕਹਿੰਦੇ ਵੀ ਫਿਰ ਅਸਾਂ ਸੁਣ ਲਿਆ ਕਿ ਸਮੁੰਦਰ ਦੇ ਵਿੱਚ ਮੋਤੀ ਹਨ। ਹਮ ਭਾਵ ਅਸੀਂ, ਸਿੰਧ ਕਹੀਏ ਸਮੁੰਦਰ ਦੇ, ਤਰੇ ਕਹੀਏ ਥੱਲੇ ਜਾਂ ਵਿੱਚ, ਮੁਕਤਾਦ ਮੋਤੀਆਂ ਤੋਂ ਆਦਿਕ ਭਾਵ ਕੀਮਤੀ ਮੋਤੀ ਹੈ ਉਹ ਹਨ। ਇਹ ਸੁਣਿਆ ਵੀ ਜੋ ਕੋਈ ਟੁੱਬੀ ਮਾਰਦਾ ਉਹ ਮੋਤੀ ਲੈ ਆਉਂਦਾ ਹੈ। ਅਤੇ ਮੁਕਤਾਦ ਕਹਾ ਸੁਖਤਾਦ ਲੁਨੇ। ਪਰ ਕਹਿੰਦੇ ਵੀ ਸੁਣਿਆ ਸੀ ਵੀ ਜੇ ਕੋਈ ਟੁੱਬੀ ਮਾਰਦਾ ਤਾਂ ਮੋਤੀ ਲੈ ਆਉਂਦਾ, ਅਤੇ ਕਹਿੰਦੇ ਫਿਰ ਅਸੀਂ ਟੁੱਬੀਆਂ ਮਾਰੀਆਂ ਪਰ ਮੋਤੀ ਕਹਾਂ। ਮੁਕਤਾਦ ਕਹਾ ਮੋਤੀ ਆਦਿਕ ਤੋਂ ਜਿਹੜੇ ਕੀਮਤੀ ਹੈ, ਹੀਰੇ ਜਵਾਹਰਾਤ, ਉਹ ਕਹਾਂ ਕਹੀਏ ਕਿੱਥੇ ਹੈ, ਭਾਵ ਕਿੱਥੋਂ ਲੱਭਣੇ ਸੀ। ਸਗੋਂ ਸੁਖਤਾਦ ਲੁਨੇ, ਲੁਨੇ ਦਾ ਅਰਥ ਭਾਵ ਲੱਭੇ। ਸੁਖਤਾ ਨਾਮ ਹੁੰਦਾ ਸਿੱਪੀ ਦਾ, ਅਤੇ ਸਿੱਪੀਆਂ ਤੋਂ ਆਦਿ ਭਾਵ ਘੋਗੇ ਜਿਹੜੇ ਹੁੰਦੇ ਆ, ਸਿੱਪੀਆਂ ਘੋਗੇ ਹੁੰਦੇ ਨਾ ਦਰਿਆਵਾਂ ਦੇ ਕਿਨਾਰੇ ਗਰੂਰਿਆਂ 'ਤੇ। ਉਹ ਕਹਿੰਦੇ ਵੀ ਟੁੱਬੀਆਂ ਮਾਰੀਆਂ ਮੋਤੀ ਦੇ, ਮੁਕਤਾਦ ਕਹਾ ਮੋਤੀ ਕਿੱਥੇ ਲੱਭਣੇ ਸੀ। ਸਗੋਂ ਸਿੱਪੀਆਂ ਸੁਖਤਾਦ ਲੁਨੇ, ਸਿੱਪੀਆਂ ਤੋਂ ਆਦਿਕ ਘੋਗੇ ਆਦਿਕੀ ਲੁਨੇ ਕੀਏ ਲੱਭੇ ਆ, ਉਹੀ ਹੱਥ ਲੱਗੇ। ਬਹੁ ਭੂਪਨ ਕੋ ਯਤਨੋਂ ਕਰਕੇ। ਫਿਰ ਕਹਿੰਦੇ ਸੁਣਿਆ ਕਿ ਰਾਜੇ ਦੀ ਸੇਵਾ ਕਰਨ ਵਾਲੇ ਨੂੰ ਰਾਜੇ ਪਾਸੋਂ ਬਹੁਤ ਸਾਰਾ ਧਨ ਪਦਾਰਥ ਮਿਲ ਸਕਦਾ। ਕਹਿੰਦੇ ਅਸਾਂ ਵੀ ਫਿਰ ਕੀ ਕੀਤਾ ਵੀ ਬਹੁ ਭੂਪਨ ਕੋ ਯਤਨੋਂ ਕਰਕੇ, ਬਹੁਤ ਤਰ੍ਹਾਂ ਯਤਨੋਂ ਕਹੀਏ ਯਤਨ ਕਰਕੇ, ਉਪਰਾਲੇ ਕਰਕੇ, ਉਪਾਅ ਕਰਕੇ, ਬਹੁਤ ਤਰ੍ਹਾਂ ਦੇ ਨਾਲ ਭੂਪਨ ਕੋ ਜਿਹੜੇ ਭੂਪ ਆ ਰਾਜੇ ਆ ਅਤੇ ਉਹ ਰਾਜਿਆਂ ਦੀ ਸੇਵਾ ਕੀਤੀ ਬਹੁਤ ਯਤਨ ਕਰਕੇ ਵੀ ਧਨ ਪਦਾਰਥ ਮਿਲੂਗਾ। ਅਤੇ ਕਹਿੰਦੇ ਫਿਰ ਬਹੁਤ ਤਰ੍ਹਾਂ ਯਤਨ ਕਰਕੇ ਅਤੇ ਰਾਜਿਆਂ ਦੀ ਜਿਹੜੀ ਸੇਵਾ ਕੀਤੀ। ਅਤਿ ਕੀਨ ਪ੍ਰਸੰਨ ਲੱਜਾ ਹਰ ਕੇ। ਅਤਿਅੰਤ ਅਤਿ ਕਰਕੇ ਕੀਨ ਪ੍ਰਸੰਨ ਕੀਨ ਕੀਤਾ, ਲੱਜਾ ਹਰ ਕੇ ਲੋਕ ਲੱਜਾ ਛੱਡ ਕੇ। ਹਰ ਨਾਮ ਨਾਸ ਦਾ ਹੁੰਦਾ ਜਾਂ ਦੂਰ ਦਾ ਹੁੰਦਾ, ਲੱਜਾ ਨਾਮ ਸ਼ਰਮ ਦਾ ਹੁੰਦਾ। ਲੋਕ ਲੱਜਾ ਹਰ ਕੇ, ਨਾਸ ਕਰਕੇ, ਦੂਰ ਕਰਕੇ। ਕਹਿੰਦੇ ਆਤ ਪ੍ਰਸੰਨ ਕੀਤਾ ਭੂਪਨ ਕੋ ਰਾਜਿਆਂ ਨੂੰ ਯਤਨ ਕਰਕੇ, ਬਹੁਤ ਤਰ੍ਹਾਂ ਯਤਨ ਕਰਕੇ, ਅਤੇ ਰਾਜਿਆਂ ਨੂੰ ਵੀ ਕਹਿੰਦੇ ਪ੍ਰਸੰਨ ਕੀਤਾ ਕਰ ਲਿਆ। ਪਰ ਹੋਇਆ ਕੀ, ਉੱਥੋਂ ਵੀ ਕੁਝ ਨਾ ਮਿਲਿਆ। ਕਿਉਂਕਿ ਵਿਣ ਭਾਗਾਂ ਕਿਛ ਪਾਈਐ ਨਾਹੀ, ਜੇ ਬਹੁਤ ਤੇਰਾ ਧਾਵੈ। ਲੱਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਾਹੇ ਸਮਾਵੈ। ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਕੀ ਮਿਲਣਾ ਹੈ, ਮਹਾਰਾਜ ਦਵੇ ਤਾਂ ਮਿਲਦਾ ਹੈ। ਮੈਨੂੰ ਜਿਵੇਂ ਸਿੱਧ ਕਹਿੰਦੇ ਸੀ ਮਹਾਰਾਜ ਆਹ ਤੁਹਾਨੂੰ ਤੀਰਥਾਂ ਇਸ਼ਨਾਨ ਕਰਾਈਏ, ਅਤੇ ਮਹਾਰਾਜ ਕਹਿੰਦੇ ਤੀਰਥ ਨਹਾਵਾ ਜੇ ਤੁਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ। ਜੇਤੀ ਸੈਠੋ ਪਾਈ ਵੇਖਾ ਵਿਣ ਕਰਮਾ ਕੇ ਮਿਲਿਆ ਲਈ। ਬਿਨ ਕਰਮਾਂ ਤੋਂ ਅੱਜ ਤੱਕ ਕਿਸੇ ਨੇ ਕੀ ਲਿਆ ਅਤੇ ਕਿਵੇਂ ਕਿਸੇ ਨੂੰ ਮਿਲਿਆ ਨਹੀਂ ਮਿਲਿਆ। ਇਸੇ ਤਰ੍ਹਾਂ ਕਹਿੰਦੇ ਵੀ ਅਸੀਂ ਤਾਂ ਸੁਣ ਲਿਆ ਵੀ ਸਮੁੰਦਰਾਂ ਦੇ ਥੱਲੇ ਮੋਤੀ ਆਦਿ ਹੈ, ਅਤੇ ਉਹ ਟੁੱਬੀਆਂ ਮਾਰ ਕੇ ਲੱਭਣੇ ਸ਼ੁਰੂ ਕਰ ਦਿੱਤੇ। ਪਰ ਮੁਕਤਾਦ ਕਹਾ ਮੋਤੀ ਕਿੱਥੇ, ਕਹਿੰਦੇ ਸੁਖਤਾਦ ਲੁਨੇ। ਸਗੋਂ ਸਿੱਪੀਆਂ ਘੋਗੇ ਮਿਲੇ ਜਿਹੜੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ। ਫਿਰ ਸੁਣਿਆ ਵੀ ਧਨ ਪਦਾਰਥ ਰਾਜਾ ਪਾਸੋਂ ਬੜਾ ਮਿਲਦਾ। ਕਹਿੰਦੇ ਫਿਰ ਬਹੁਤ ਤਰ੍ਹਾਂ ਨਾਲ ਭੂਪਨ ਕੋ ਰਾਜਿਆਂ ਨੂੰ ਵੀ ਯਤਨ ਕਰਕੇ, ਉਪਰਾਲੇ ਕਰਕੇ, ਅਤਿਅੰਤ ਪ੍ਰਸੰਨ ਕੀਤਾ। ਲੱਜਾ ਹਰ ਕੇ ਲੋਕ ਲੱਜਿਆ ਛੱਡ ਗਏ, ਪਰ ਉੱਥੋਂ ਵੀ ਕੁਝ ਨਾ
ਮਿਲਿਆ। ਸੁਖ ਨੇ ਬਹੁ ਬਾਰਨ ਭੂਮ ਕਨੀ, ਧਰਤੀ ਨਾ ਇੱਕ ਵਿਰਾਟ ਗਪਾਈ। ਧਰਤੀ ਦੇ ਇੱਕ ਵੀ ਕਹਿੰਦੇ ਵੀ ਜਿਹੜੀ ਆ ਵਿਰਾਟ ਕੌਡੀ ਨਹੀਂ ਪਾਈ ਆ, ਜਿਵੇਂ ਉਹ ਆਉਂਦਾ ਹੈ ਨਾ ਪੰਡਿਤ ਗੁਲਾਬ ਸਿੰਘ ਜੀ ਲਿਖਿਆ ਹੋਇਆ ਭਾਵ ਸਾਮਰਤ ਵਿੱਚ, ਉਹੀ ਸਮਝ ਲਓ। ਕਰ ਚਿੱਤ ਇਕਾਗਰ ਕੋ ਮੰਤਰ ਜਪੇ। ਫਿਰ ਕਹਿੰਦੇ ਪਤਾ ਲੱਗਾ ਵੀ ਇੱਦਾਂ ਮੰਤਰ ਮੁੰਤਰ ਜਪਣੇ ਚਾਹੀਦੇ ਆ ਅਤੇ ਫਿਰ ਹੀ ਕੁਝ ਪ੍ਰਾਪਤ ਹੋਊ। ਇਸ ਕਰਕੇ ਕਹਿੰਦੇ ਚਿੱਤ ਨੂੰ ਇਕਾਗਰ ਕਰਕੇ ਅਤੇ ਕੁਮੰਤਰ ਜਪੇ। ਕੁਮੰਤਰਾਂ ਦਾ ਜਿਹੜਾ ਜਪੇ ਕਈ ਜਾਪ ਵੀ ਕੀਤਾ। ਕੁਮੰਤਰ ਹੁੰਦੇ ਕਾਲੇ ਮੰਤਰ, ਜਿਹੜੇ ਭੂਤ ਪ੍ਰੇਤਾਂ ਆਦਿਕ ਨੂੰ ਵਸ ਕਰਨ ਵਾਲੇ ਹੁੰਦੇ ਨਾ ਮੰਤਰ, ਉਹਨਾਂ ਦਾ ਨਾਮ ਕੁਮੰਤਰ ਹੁੰਦਾ। ਇੱਕ ਗੁਰ ਮੰਤਰ ਹੁੰਦਾ, ਸੁਮੰਤਰ ਹੁੰਦਾ, ਸ੍ਰੇਸ਼ਟ ਮੰਤਰ ਜਿਹੜਾ ਭਲਾ ਕਰਨ ਵਾਲਾ, ਗੁਰ ਮੰਤਰ ਜਿਹੜਾ ਗੁਰੂ ਦਾ ਦਿੱਤਾ ਹੋਇਆ ਮੰਤਰ, ਮੂਲ ਮੰਤਰ ਜਿਹੜੇ ਸਾਰੇ ਮੁੱਢਾਂ ਦਾ ਮੰਤਰ। ਇੱਕ ਹੁੰਦਾ ਕੁਮੰਤਰ, ਖੋਟਾ ਮੰਤਰ, ਲੋਕਾਂ ਘਰਾਂ ਜਿਵੇਂ ਮੁੱਠਾਂ 'ਚ ਚਲਾਉਂਦੇ ਨਾ ਕਈ, ਖੂਨ ਖਾਂ ਦੇ ਛਿੱਟੇ 'ਚ ਮਾਰ ਦਿੰਦੇ ਆ ਤਾਂਤਰਿਕ ਵਿਦਿਆ ਜਿਹੜੇ। ਕੁਮੰਤਰ ਭਾਵ ਕਾਲਾ ਮੰਤਰ। ਕਹਿੰਦੇ ਵੀ ਚਿੱਤ ਇਕਾਗਰ ਕਰਕੇ ਅਤੇ ਕੁਮੰਤਰ ਖੋਟੇ ਮੰਤਰ ਕਾਲੇ ਮੰਤਰ ਵੀ ਕਹਿੰਦੇ ਜਪੇ ਕਹੀਏ। ਜਪਦਾ ਰਿਹਾ ਹਾਂ ਸ਼ਮਸ਼ਾਨਨ ਮੈਂ ਨਿਸਪੁੰਜ ਖਪੇ। ਫਿਰ ਮੈਂ ਕਹਿੰਦੇ ਬਹੁਤ ਰਾਤਾਂ ਸ਼ਮਸ਼ਾਨਨ ਕਹੀਏ ਮਸਾਨਾਂ ਦੇ ਵਿੱਚ ਵੀ ਦੁੱਖ ਪਾਉਂਦਾ ਰਿਹਾ ਹਾਂ। ਖਪੇ ਕਹੀਏ ਖਪਦਾ ਰਿਹਾ। ਸ਼ਮਸ਼ਾਨਨ ਮੈਂ ਨਿਸਪੁੰਜ ਖਪੇ। ਪੁੰਜ ਦਾ ਅਰਥ ਹੁੰਦਾ ਬਹੁਤ, ਨਿਸ ਦਾ ਅਰਥ ਹੁੰਦਾ ਰਾਤ। ਵੀ ਬਹੁਤ ਰਾਤਾਂ ਕਹਿੰਦੇ ਸ਼ਮਸ਼ਾਨਨ ਮੈਂ, ਸ਼ਮਸ਼ਾਨਾਂ ਦੇ ਵਿੱਚ ਮਸਾਨਾਂ ਦੇ ਵਿੱਚ ਖਪੇ ਕੋਈ ਖਪਦਾ ਰਿਹਾ, ਦੁੱਖ ਪਾਉਂਦਾ ਰਿਹਾ ਹਾਂ। ਕਰਹੁ ਜਬ ਮੈਂ ਵਸ ਭੂਤਨ ਕੋ। ਅਤੇ ਸੋਚਦਾ ਸੀ ਕਿ ਜਦੋਂ ਮੈਂ ਭੂਤਨ ਕੋ ਭੂਤਾਂ ਨੂੰ ਵਸ ਕਹੀਏ ਵਸ ਕਰਹੁ ਕਹੀਏ ਕਰ ਲਵਾਂਗਾ ਕਰਾਂਗਾ। ਪਰ ਕੀ ਹਰ ਦੇਹ ਭੂਤਨ ਕੋ। ਅਤੇ ਕਹਿੰਦਾ ਤਾਂ ਉਹ ਜਿਹੜੇ ਜਦੋਂ ਭੂਤਾਂ ਨੂੰ ਵਸ ਕਰ ਲਵਾਂਗਾ ਤਾਂ ਉਹ ਕਹਿੰਦੇ ਪਰ ਕੀ ਭਾਵ ਦੂਜਿਆਂ ਦੀ, ਹਾਂਜੀ ਦੂਜਿਆਂ ਦੀ ਜਿਹੜੀ ਹੈ ਵਿਭੂਤੀ ਹੈ, ਧਨ ਸੰਪਦਾ ਐਸਾ ਧੇਲਾ ਹੈ। ਕਹਿੰਦੇ ਹਰ ਦੇ ਉਹ ਹਰ ਕਹੀਏ ਖੋ ਕੇ ਦੇਹ ਕਹੀਏ ਦੇ ਦੇਣਗੇ ਮੈਨੂੰ, ਦੂਜਿਆਂ ਪਾਸੋਂ ਖੋ ਕੇ ਅਤੇ ਮੈਨੂੰ ਲਿਆ ਦੇਣਗੇ। ਪਰ ਕਹਿੰਦੇ ਉੱਧਰ ਮੈਂ ਪੱਲੇ ਕੁਝ ਨਹੀਂ ਪਿਆ। ਭਾਵੇਂ ਵੀ ਕੰਮ ਕਰਦਾ ਰਿਹਾ। ਇਹ ਤ੍ਰਿਸ਼ਨਾ ਨੂੰ ਕਹਿ ਰਹੇ ਨਾ ਵੀ ਮੈਂ ਇੰਨਾ ਸੁਣਿਆ, ਮੈਂ ਆਹ ਕੁਝ ਕੀਤਾ। ਇਹ ਚਿੱਤ ਇਕਾਗਰ ਕਰਕੇ ਕੁਮੰਤਰ ਵੀ ਜਪੇ ਭੂਤਾਂ ਪ੍ਰੇਤਾਂ ਨੂੰ ਵਾਸ ਕਰਨ ਵਾਲੇ। ਅਤੇ ਸ਼ਮਸ਼ਾਨਾਂ ਦੇ ਵਿੱਚ ਵੀ ਕਹਿੰਦੇ ਰਾਤ ਦਿਨ ਬਹੁਤ ਮੈਂ ਖਪਦਾ ਰਿਹਾ ਖੋਟੇ ਮੰਤਰਾਂ ਜਾਪ ਕਰਦਿਆਂ, ਕਿਉਂਕਿ ਜਿਹੜੀ ਤਾਂਤਰਿਕ ਵਿਦਿਆ ਜ਼ਿਆਦਾ ਸਿੱਧ ਇਹ ਮਸਾਣਾ 'ਚ ਹੀ ਹੁੰਦੀ ਹੈ। ਉੱਥੇ ਖੋਪੜੀ ਦੀ ਗਲ 'ਚ ਪਾ ਕੇ ਅਤੇ ਕਈ ਕਰਦੇ ਹੁੰਦੇ ਨਾ। ਸ਼ਿਵ ਜੀ ਸ਼ਮਸ਼ਾਨਾਂ ਵਿੱਚ ਬਹੁਤਾ ਬੈਠ ਕੇ ਤਪ ਕਰਿਆ ਕਰਦੇ ਸੀ। ਅਤੇ ਫਿਰ ਕਹਿੰਦੇ ਵੀ ਕਰਹੁ ਜਬ ਮੈਂ ਵਸ ਭੂਤਨ ਕੋ, ਵੀ ਜਦੋਂ ਮੈਂ ਵਸ ਭੂਤਾਂ ਨੂੰ ਕਰਹੁ ਕਰ ਲਵਾਂਗਾ ਅਤੇ ਪਰ ਕੀ ਹਰ ਦੇਹ ਵਿਭੂਤਨ ਕੋ। ਉਹ ਪਰਾਏ ਦੀ ਦੂਜਿਆਂ ਦੀ ਜਿਹੜੀ ਵਿਭੂਤੀ ਧਨ ਸੰਪਦਾ ਉਹ ਹਰ ਦੇ ਕਹੀ, ਹਰ ਚੁਰਾ ਕੇ, ਹਰ ਕਹੀਏ ਖੋ ਕੇ, ਦੇਹ ਕਹੀਏ ਦੇਣਗੇ ਮੈਨੂੰ। ਪਰ ਕਹਿੰਦੇ ਇਹੋ ਜਿਹਾ ਵੀ ਕੋਈ ਭਾਣਾ ਨਾ ਵਰਤਿਆ ਅਤੇ ਮੇਰੇ ਪੱਲੇ ਤਾਂ ਕੁਝ ਪਿਆ ਹੀ ਨਹੀਂ। ਕਿੱਥੋਂ ਮਿਲਣਾ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਪਰਮਾਤਮਾ ਹੀ ਦੇਵੇ ਅਤੇ ਪੂਰੀ ਪੈਂਦੀ ਹੈ। ਠੀਕ ਹੈ ਜੀ। ਏਵ ਆਓ ਬਿਰਥਾ ਮਮ ਹੰਤ ਸਭੀ, ਮੋਹਿ ਕਾਨ ਵਿਰਾਟ ਕਬੀ ਨਾ ਲੱਭੀ। ਏਵ ਆਓ, ਆਓ ਲਿਖਿਆ ਜਿੱਦਾਂ ਐੜੇ ਕੰਨਾ ਜਈਏ ਹੋੜਾ ਜਈਏ ਔਂਕੜ ਹੁੰਦਾ ਨਾ, ਉਹਨੂੰ ਆਯੂ ਕਹਿੰਦੇ। ਆਯੂ ਇੱਥੇ ਪੂਰਾ ਹੀ ਊੜੇ ਔਂਕੜ ਪਾਇਆ, ਇਸ ਕਰਕੇ ਆਓ ਦਾ ਅਰਥ ਹੁੰਦਾ ਉਮਰਾ ਜਾਂ ਆਯੂ। ਪਾਠ ਆਯੂ ਪਾਠ ਵੀ ਸਮਝ ਲਓ ਵੀ ਐੜੇ ਕੰਨਾ ਜਈਏ ਔਂਕੜ ਆਯੂ। ਇਹ ਆਯੂ ਬਿਰਥਾ ਮਮ ਹੰਤ ਸਭੀ। ਔਰ ਸ਼ੁੱਧ ਪਾਠ ਐੜੇ ਕੰਨਾ ਊੜੇ ਔਂਕੜ ਹੀ ਆ, ਅਤੇ ਦੂਸਰਾ ਪਾਠ ਐੜੇ ਕੰਨਾ ਜਈਏ ਔਂਕੜ ਸਮਝ ਲੈਣਾ।
ਇਹ ਆਓ ਬ੍ਰਿਥਾ ਮਮ ਹੰਤ ਸਭੀ। ਇਉਂ ਕਹੀਏ ਇਹ ਵਾਓ, ਇਹ ਦਾ ਅਰਥ ਇਵੇਂ ਜਾਂ ਇਵੇਂ ਜਾਂ ਇਸ ਤਰ੍ਹਾਂ ਨਾਲ। ਕਹਿੰਦੇ ਮਮ ਜਿਹੜੀ ਮੇਰੀ, ਸਾਰੀ ਦੀ ਸਾਰੀ, ਸਭੀ ਕਹੀਏ ਸਾਰੀ ਦੀ ਸਾਰੀ, ਆਓ ਕਹੀਏ ਜਾਂ ਆਯੂ ਕਹੀਏ ਉਮਰਾਂ ਸੀ, ਉਹ ਬਿਰਥਾ, ਉਹ ਵਿਅਰਥ ਹੀ। ਹੰਤ ਕਹੀਏ ਨਾਸ ਹੋ ਗਈ, ਗੁਜ਼ਰ ਗਈ। ਇਵੇਂ ਭਾਵੇਂ ਇਹਨਾਂ ਕੰਮਾਂ ਵਿੱਚ ਹੀ ਮੇਰੀ ਜਿਹੜੀ ਆਯੂ ਸੀ ਵਿਅਰਥ ਹੀ, ਕਹਿੰਦੇ ਹੰਤ ਨਾਸ ਹੋ ਗਈ, ਸਭੀ ਕਹੀਏ ਸਾਰੀ। ਐਵੇਂ ਵੀ ਅਰਥ ਸਿੱਧਾ ਲਾ ਸਕਦੇ ਹਾਂ। ਮੋਹਿ ਕਾਨ ਵਿਰਾਟਕ ਵੀ ਨਾ ਲੱਭੀ। ਅਤੇ ਮੋਹਿ ਕਹੀਏ ਮੈਨੂੰ, ਕਹਿੰਦੇ ਕਿਤੋਂ ਵੀ ਜਿਹੜੀ ਹੈ ਵਿਰਾਟਕ, ਕਾਨ ਵਿਰਾਟ, ਕਾਨ ਭਾਵ ਕਾਣੀ ਕੌਡੀ, ਵਿਰਾਟਕ ਨਾਮ ਕੌਡੀ, ਕਾਣੀ ਕੌਡੀ ਆਪਾਂ ਕਹਿੰਦੇ ਨਾ, ਕਾਣੀ ਕੌਡੀ ਵੀ ਹੱਥ ਨਹੀਂ ਲੱਗੀ। ਇਵੇਂ ਕਹਿ ਰਹੇ, ਕਹਿੰਦੇ ਮੈਨੂੰ ਕਿਤੋਂ ਕਾਨ ਵਿਰਾਟਕ ਭਾਵ ਕਾਣੀ ਕੌਡੀ ਵੀ ਨਹੀਂ ਜਿਹੜੀ ਲੱਭੀ ਹੈ ਕਿਤਿਓਂ। ਉਮਰ ਸਾਰੀ ਬੀਤ ਗਈ ਪਰ ਕਾਣੀ ਕੌਡੀ ਮੇਰੇ ਹੱਥ ਨਹੀਂ ਕਹਿੰਦੇ ਲੱਗੀ, ਨਾ ਲੱਭੀ। ਕਤ ਕਾਜ ਨਲਾਜ ਅਕਾਜ ਦਹੂੰ। ਕਦ ਕਹੀਏ ਕਿਸ ਵਾਸਤੇ, ਕਹਿੰਦੇ ਕਿਸ ਵਾਸਤੇ, ਕਹਿੰਦੇ ਕਦ ਕਾਜ ਨਾਮ ਵਾਸਤੇ ਦਾ, ਕਹਿੰਦੇ ਕਾਤ ਨਾਮ ਕਿਸ ਦਾ, ਕਿਸ ਵਾਸਤੇ ਨਿਲਾਜ ਕਹੀਏ ਇਹ ਬੇਸ਼ਰਮ ਤ੍ਰਿਸ਼ਨਾ। ਤੂੰ ਮੈਨੂੰ ਜਿਹੜਾ ਹੈ ਆਕਾਜ ਕਹੀਏ ਕੰਮ ਤੋਂ ਰਹਿਤ ਭਾਵ ਨਿਕੰਮਾ ਫਜ਼ੂਲੀ, ਦਹੋਂ ਕਹੀਏ ਦਗਦ ਕਰ ਰਹੀ ਹੈ, ਸਾੜਦੀ ਹੈ। ਕਿਉਂ ਇਹ ਬੇਸ਼ਰਮ ਤ੍ਰਿਸ਼ਨਾ, ਮੈਨੂੰ ਕਿਸ ਵਾਸਤੇ ਤੂੰ ਸਾੜ ਰਹੀ ਹੈ, ਕਿਉਂ ਅੱਗ ਲਾ ਰਹੀ। ਤਜ ਮੋਹੇ, ਤੂੰ ਮੋਹੇ ਕਹੀਏ ਮੈਨੂੰ, ਤਜ ਕਹੀਏ ਛੱਡ ਦੇ। ਕਹੂੰ ਅਬ ਆਨ ਕਹੂੰ ਕਹੀਏ ਕਿਤੇ, ਜਾਂ ਕਹੂੰ ਕਹੀਏ ਕਿਸੇ ਅਬ ਕਹੀਏ ਹੁਣ, ਅਨ ਕਹੀਏ ਹੋਰ ਨੂੰ, ਗਹੋ ਕਹੀਏ ਪਕੜ ਫੜ। ਤਜ ਮੋਹੇ ਮੈਨੂੰ ਛੱਡ ਦੇ, ਅਤੇ ਕਹੂੰ ਕਿਤੇ ਹੋਰ ਤੂੰ ਨਾ, ਅਬ ਕਹੀਏ ਕਿਤੇ ਹੁਣ ਤੂੰ, ਅਬ ਹੁਣ ਆਣ ਕਹੀਏ ਹੋਰ ਹੀ ਤੂੰ ਚਲੀ ਜਾ, ਅਤੇ ਗਹੋ ਕਹੀਏ ਹੋਰ ਕਿਸੇ ਨੂੰ ਜਾ ਕੇ ਫੜ। ਆਣ ਕਹੀਏ ਹੋਰ ਭਾਵ ਹੋਰ ਨੂੰ, ਗਹੋ ਕਹੀਏ ਫੜ ਤੂੰ। ਅਬ ਦਾ ਅਰਥ ਹੁਣ, ਕਹੂੰ ਦਾ ਅਰਥ ਕਿਤੇ ਜਾਂ ਕਿਸੇ। ਆਣ ਕਹੀਏ ਹੋਰ ਨੂੰ, ਅਬ ਕਹੀਏ ਹੁਣ ਤੂੰ, ਗਹੋ ਕਹੀਏ ਫੜ ਲੈ। ਮੈਨੂੰ ਛੱਡ ਦੇ ਭਾਵ ਹੋਰ ਕਿਹਨੂੰ ਜਾ ਕੇ ਫੜ। ਇਹ ਬੇਸ਼ਰਮੇ ਕਿਉਂ ਮੈਨੂੰ ਫਜ਼ੂਲ ਹੀ ਤੂੰ ਸਾੜ ਰਹੀ ਹੈ, ਕਿਉਂ ਦੁੱਖ ਤੂੰ ਦੇ ਰਹੀ ਹੈ। ਸੋਰਠਾ ਕਰਿਓ ਬ੍ਰਹਮ ਦੇ ਜੀਵ। ਹੋਰ ਬੜਾ ਡੂੰਘਾਈ ਨਾਲ ਕਹਿੰਦੇ ਵੀ ਵੇਖ ਤ੍ਰਿਸ਼ਨਾ ਤੇਰੇ ਲੱਛਣ। ਤੂੰ ਮੈਨੂੰ ਪਹਿਲਾਂ ਹੀ ਬ੍ਰਹਮ ਤੇ ਜੀਵ, ਬ੍ਰਹਮ ਤੋਂ ਜੀਵ ਤੇ ਤੂੰ ਕਰ ਹੀ ਦਿੱਤਾ। ਭਾਵ ਮੈਂ ਬ੍ਰਹਮ ਰੂਪ ਸੀ, ਤੇਰੇ ਤ੍ਰਿਸ਼ਨਾ ਤੇ ਚੱਕਰ ਵਿੱਚ ਪੈ ਕੇ ਕਹਿੰਦੇ ਮੈਂ ਆਪਣੇ ਸਰੂਪ ਨੂੰ ਭੁੱਲ ਚੁੱਕਾ, ਅਤੇ ਬ੍ਰਹਮ ਰਹਿ ਨਹੀਂ ਗਿਆ, ਰਹਿ ਗਿਆ ਮੈਂ ਜੀਵ ਹੀ। ਜਿਵੇਂ ਜੀਵ ਤੜਫਦੇ, ਕਰਿਓ ਬ੍ਰਹਮ ਤੇ ਜੀਵ। ਬ੍ਰਹਮ ਤੇ ਦਾ ਅਰਥ ਤੂੰ, ਬ੍ਰਹਮ ਤੋਂ ਤੂੰ ਮੈਨੂੰ ਜੀਵ ਤੇ ਕਰਿਓ ਕੀ ਕਰ ਦਿੱਤਾ ਹੈ। ਚਾਹੇ ਅਬ ਚਾਹੇ ਕਿਆ, ਚਾਹੇ ਦਾ ਅਰਥ ਹੈ ਪਹਿਲੇ, ਚਾਹੇ ਦਾ ਅਰਥ ਹੈ ਤ੍ਰਿਸ਼ਨਾ, ਚਾਹਨਾ ਦਾ। ਹੇ ਚਾਹੇ, ਹੇ ਤ੍ਰਿਸ਼ਨਾ, ਹੇ ਚਾਹਨਾ। ਕਹਿੰਦੇ ਅਬ ਕਹੀਏ ਹੁਣ, ਚਾਹੇ ਕਿਆ ਦਾ ਕੀ ਤੂੰ ਚਾਹੇ ਕਹੀਏ ਚਾਹੁੰਦੀ ਹੈ, ਹੋਰ ਕੀ ਚਾਹੁੰਦੀ ਹੈ। ਬ੍ਰਹਮ ਤੋਂ ਜੀਵ ਤੇ ਕਰ ਦਿੱਤਾ, ਪਹਿਲਾਂ ਤਾਂ ਮੈਨੂੰ ਵੱਡੇ ਤੋਂ ਛੋਟਾ ਕਰਦਾ, ਹੁਣ ਤੂੰ ਕੀ ਕਰਨਾ ਚਾਹੁੰਦੀ ਹੈ। ਕਿਦੋਂ ਕਰੇ ਨਿਰਜੀਵ, ਇੱਥੇ ਕਿਸੋਂ ਪਾਠ ਲਿਖਿਆ, ਕਿਸੋਂ ਪਾਠ ਨਹੀਂ ਨਿਸ਼ੁੱਧ, ਇੱਥੇ ਕਿਦੋਂ ਪਾਠ ਹੀ ਸਹੀ ਹੈ। ਬ੍ਰਹਮ ਤੋਂ ਕਹਿੰਦੇ ਜੀਵ ਤੇ ਕਰ ਦਿੱਤਾ, ਹੁਣ ਕੀ ਚਾਹੁੰਦੀ ਆ। ਕਿ ਕਿਦੋਂ ਦਾ ਅਰਥ ਅਥਵਾ ਜਾਂ ਤੂੰ ਮੈਨੂੰ ਵੀ ਹੁਣ ਬ੍ਰਹਮ ਤੋਂ ਜੀਵ ਤੋਂ ਤੂੰ ਉਹ ਵੀ ਨਹੀਂ ਰਹਿਣ ਦੇਣਾ, ਜਾਂ ਤੂੰ ਮੈਨੂੰ ਕਰੇ ਨਿਰਜੀਵ। ਅਤੇ ਕਿਤੇ ਨਿਰਜੀਵਤ ਨਹੀਂ ਕਰੇ ਕੀ ਕਰਨਾ ਚਾਹੁੰਦੀ। ਨਿਰਜੀਵ ਭਾਵ ਜੀਵ ਨਹੀਂ ਰਹਿਣ ਦੇਣਾ ਚਾਹੁੰਦੀ, ਭਾਵ ਤੂੰ ਨਿਰਜੀਵ ਦਾ ਨਾਸ ਨਹੀਂ ਮੇਰਾ ਕਰਿਆ ਚਾਹੁੰਦੀ। ਕਿਤੇ ਬ੍ਰਹਮ ਤੋਂ ਜੀਵ ਕਰ ਦਿੱਤਾ, ਹੁਣ ਨਿਰਜੀਵ ਜੜ ਕਰਨਾ ਚਾਹੁੰਦੀ ਮੈਨੂੰ। ਜੀਵ ਨਹੀਂ, ਜੀਵ ਤੇ ਹੁੰਦਾ ਜਿਉਂਦਾ ਜਾਗਦਾ, ਅਤੇ ਇੱਕ ਜੜ ਹੁੰਦਾ ਨਾ, ਜੀਵ ਤੋਂ ਨਿਰਭੈ ਰਹਿਤ ਪਾਓ ਕੀ ਜੜ ਹੋ ਗਿਆ। ਹੁਣ ਮੈਨੂੰ ਤੂੰ ਜੜ ਕਰਿਆ ਚਾਹੁੰਦੀ ਹੈ।
ਜਾਂ ਨਿਰਜੀਵ ਦਾ ਅਰਥ ਵੀ ਜੀਵ ਤੋਂ ਵੀ ਰਹਿਤ, ਭਾਵ ਨਾਸ। ਹੁਣ ਤੂੰ ਮੈਨੂੰ ਨਾਸ ਕਰਿਆ ਚਾਹੁੰਦੀ। ਇੱਥੇ ਕਿਦੋਂ ਪਾਠ ਕਰਨਾ, ਕਿਦੋਂ ਦਾ ਅਰਥ ਹੁੰਦਾ ਜਾਂ ਅਥਵਾ ਤੂੰ ਮੈਨੂੰ ਨਿਰਜੀਵ ਕਰਿਆ ਚਾਹੁੰਦੀ ਹੈ। ਆਸੇ ਤਵ ਆਸੇ ਕਵਨ, ਆਸੇ ਦਾ ਅਰਥ ਆਸਾ, ਤ੍ਰਿਸ਼ਨਾ, ਸੰਬੋਧਕ ਸ਼ਬਦ ਹੈ ਆਸੇ। ਆਸੇ ਕਈ ਥਾਵਾਂ 'ਤੇ ਪਾਠ ਜਿਹੜਾ ਹੈ ਇਹ ਐੜੇ ਕੰਨਾ ਸੱਸਾ ਜਈਆ ਪਾਠ ਪਾਇਆ। ਆਸੇ ਤਵ ਆਸੇ ਕਵਨ, ਆਸੇ ਪਹਿਲੇ, ਆਸੇ ਦਾ ਅਰਥ ਆਸਾ, ਤ੍ਰਿਸ਼ਨਾ। ਜੇ ਕਈ ਥਾਵਾਂ 'ਤੇ ਪਾਠ ਲਿਖਿਆ ਐੜੇ ਕੰਨਾ ਸੱਸੇ ਲਾਵਾਂ, ਆਸੇ ਤਵ ਆਸਾ, ਹੇ ਆਸਾ ਇਹ ਤ੍ਰਿਸ਼ਨਾ, ਤਵ ਆਸੇ ਕਵਨ। ਦੂਸਰਾ ਪਾਠ ਆਸੇ, ਹਾਂਜੀ ਪਹਿਲਾਂ ਆਸੇ ਲਾ ਕੇ ਨਾ ਫਿਰ ਦੂਸਰਾ ਪਾਠ ਆਸੇ ਕਰਨਾ। ਆਸ ਦਾ ਅਰਥ ਹੁੰਦਾ ਆਸ਼ਾ। ਦੱਸ ਤੇਰਾ ਆਸ਼ਾ ਕੀ, ਤਵ ਕਹੀਏ ਤੇਰਾ, ਕਵਨ ਕਹੀਏ ਕੀ, ਤੇਰਾ ਵੀ ਕੀ ਆਸ਼ਾ ਹੈ। ਇਹ ਆਸ਼ਾ ਤੇਰਾ ਕੀ ਆਸ਼ਾ ਹੈ, ਤੇਰਾ ਕੀ ਆਸ਼ਾ, ਭਾਵ ਤੇਰਾ ਖਿਆਲ ਕੀ ਹੈ, ਤੇਰਾ ਇਰਾਦਾ ਕੀ ਹੈ, ਤੂੰ ਚਾਹੁੰਦੀ ਕੀ ਹੈ। ਬ੍ਰਹਮ ਤੋਂ ਜੀਵ ਕਰ ਦਿੱਤਾ, ਹੁਣ ਤੂੰ ਮੈਨੂੰ ਦੱਸ ਕੀ ਕਰਨਾ ਚਾਹੁੰਦੀ ਹੈ। ਅਥਵਾ ਮੈਨੂੰ ਤੂੰ ਨਿਰਜੀਵ ਕਰਨਾ ਚਾਹੁੰਦੀ, ਜੜ ਕਰਨਾ ਚਾਹੁੰਦੀ ਹੈ, ਜੜ ਵਸਤੂ ਬਣਾਉਣਾ ਚਾਹੁੰਦੀ, ਕਿ ਜਾਂ ਤੂੰ ਨਿਰਜੀਵ ਕਹੀਏ ਮੇਰਾ ਨਾਸ ਹੀ ਕਰਿਆ ਚਾਹੁੰਦੀ ਹੈ। ਆਸੇ ਤਵ ਆਸੇ, ਹੇ ਆਸਾ ਤ੍ਰਿਸ਼ਨਾ, ਤਵ ਆਸੇ ਕਵਨ, ਤੇਰਾ ਆਸਾ ਹੀ ਕੀ ਹੈ, ਦੱਸ ਤੇਰਾ ਇਰਾਦਾ ਕੀ ਹੈ, ਤੇਰਾ ਖਿਆਲ ਕੀ, ਤੂੰ ਚਾਹੁੰਦੀ ਕੀ ਹੈ। ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਨਾ ਕਿ ਦੱਸ ਤੇਰਾ ਕੀ ਆਸਾ, ਤੂੰ ਕੀ ਕਰਨਾ ਚਾਹੁੰਦੀ ਹੈ, ਕੀ ਕਰਨਾ ਚਾਹੁੰਦਾ ਵਾ, ਤੇਰਾ ਖਿਆਲ ਕੀ ਹੈ, ਦੱਸ ਤਾਂ ਸਹੀ ਮੈਨੂੰ। ਉਸੇ ਤਰ੍ਹਾਂ ਹੀ ਹਿਸਾਬ ਕਿਤਾਬ ਇਹ ਲਾ ਲਓ। ਭਰਤਰੀ ਜੀ ਇੱਥੇ ਕਹਿ ਰਹੇ ਮਤਲਬ, ਕਿਉਂਕਿ ਜਿਨ੍ਹਾਂ ਨੇ ਵਿਦਾਂਤ ਪੜ੍ਹਿਆ ਉਹਨਾਂ ਨੂੰ ਪਤਾ, ਅਤੇ ਜੋ ਸ਼ੁੱਧ ਬ੍ਰਹਮ ਆ ਉਹਨੇ ਜੋ ਫੁਰਨਾ ਕੀਤਾ ਵੀ ਏਕੋ ਹਮ ਬਹੁਤ ਸਿਆਮਾ, ਠੀਕ ਹੈ ਵੀ ਇੱਕ ਤਾਂ ਮੈਂ ਬਹੁਤੇ ਰੂਪ ਹੋ ਜਾਵਾਂ। ਇਹ ਜਿਹੜਾ ਫੁਰਨਾ ਆ ਜੋ ਅੱਗੇ ਤੋਂ ਅੱਗੇ ਮਤਲਬ ਦੌੜ ਹੁੰਦੀ ਹੈ ਨਾ, ਇਹ ਤ੍ਰਿਸ਼ਨਾ ਹੁੰਦੀ। ਇਸ ਤਰ੍ਹਾਂ ਜੋ ਗ੍ਰੰਥਾਂ ਮੁਤਾਬਕ ਕਿਹਾ ਜਾਂਦਾ ਵੀ ਬ੍ਰਹਮ ਨੂੰ ਫੁਰਨਾ ਆਇਆ ਵੀ ਮੈਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਪਰ ਵਧਾਉਣਾ ਚਾਹਿਆ ਅਤੇ ਵਧਾਉਣਾ ਤ੍ਰਿਸ਼ਨਾ ਦਾ ਕੰਮ ਹੀ ਹੈ ਨਾ। ਅਤੇ ਇਹ ਕਹਿੰਦੇ ਵੀ ਇਹ ਤ੍ਰਿਸ਼ਨਾ ਜਿਹੜੀ ਆ ਇਹ ਫੁਰਨਾ ਆਇਆ, ਇਹ ਤ੍ਰਿਸ਼ਨਾ, ਅਤੇ ਇਸ ਤ੍ਰਿਸ਼ਨਾ ਨੇ ਬ੍ਰਹਮ ਨੂੰ ਵੇਖੋ ਅਨੇਕਾਂ ਜੀਵ ਜੰਤਰੂ ਬਣਾ ਦਿੱਤਾ। ਉਂਝ ਤੇ ਇਹ ਜਿਹੜਾ ਭਗਤ ਕਬੀਰ ਗਦਕ ਹੈ, ਕਬੀਰ ਕਹੋ ਕਬੀਰ ਇਹੋ ਰਾਮ ਕੀ ਅੰਸ਼, ਇਹ ਰਾਮ ਦੀ ਅੰਸ਼ ਹੀ ਆ ਆਤਮਾ। ਪਰਮਾਤਮਾ ਆਤਮਾ ਪਰਮਾਤਮਾ ਇੱਕ ਹੀ ਹੈ। ਆਤਮਾ ਮਾਨੋ ਅੰਸ਼ ਆ ਅਤੇ ਅੰਸ਼ ਹੀ ਪਰਮਾਤਮਾ ਹੈ। ਅੰਸ਼ ਦੇ ਅੰਸ਼ੀ ਵਿੱਚ ਕੋਈ ਵਖਰੇਵਾ ਨਹੀਂ ਹੁੰਦਾ। ਅੰਸ਼ੀ ਨਾਮ ਹੁੰਦਾ ਵਾ ਜਿਹਦੇ ਤੋਂ ਪੈਦਾ ਹੋਈ, ਜੋ ਪੈਦਾ ਹੋਵੇ ਅੰਸ਼ ਹੁੰਦੀ ਹੈ। ਹਾਂਜੀ, ਜਿੱਦਾਂ ਬਾਪ ਮਾਨੋ ਅੰਸ਼ੀ ਆ, ਬੱਚਾ ਮਾਨੋ ਅੰਸ਼ ਆ, ਬਗੈਰ ਨਾ ਇਹ ਉਹਨਾਂ ਦੀ ਅੰਸ਼ ਆ। ਇਸ ਤਰ੍ਹਾਂ ਅਤੇ ਪਰਮਾਤਮਾ ਅਤੇ ਆਤਮਾ ਇੱਕ ਹੀ ਹੈ। ਪਰਮਾਤਮਾ ਮਾਨੋ ਅੰਸ਼ੀ ਹੈ, ਆਤਮਾ ਅੰਸ਼ ਆ। ਕਹੋ ਕਬੀਰ ਹੈ ਰਾਮ ਕੀ ਅੰਸ਼। ਇਸ ਪ੍ਰਕਾਰ ਪਰ ਹੈ ਤਾਂ ਵੇਖੋ ਆਤਮਾ ਪਰਮਾਤਮਾ ਦਾ ਹੀ ਰੂਪ ਆ, ਪਰ ਜਦੋਂ ਵਾਸ਼ਨਾ ਫੁਰਦੀ ਅੰਦਰ ਤ੍ਰਿਸ਼ਨਾ ਕਰਕੇ ਅਤੇ ਇਹ ਜੀਵ ਵੇਖੋ ਜਮਨ ਮਰਨ ਦੇ ਚੱਕਰ ਵਿੱਚ ਪੈ ਜਾਂਦਾ, ਅਤੇ ਉਹ ਜਮਨ ਮਰਨ ਦੇ ਚੱਕਰ ਵਿੱਚ ਪੈਣ ਕਾਰਨ ਕੀ ਹੈ, ਇਹ ਤ੍ਰਿਸ਼ਨਾ, ਠੀਕ ਹੈ ਜੀ। ਇਸ ਲਈ ਉਹ ਭਰਤ ਜੀ ਕਹਿੰਦੇ ਵੀ ਤੂੰ ਦੱਸ ਕੀ ਕਰਨਾ ਚਾਹੁੰਦੀ ਹੈ, ਕਿਉਂਕਿ ਬ੍ਰਹਮ ਮੈਂ ਬ੍ਰਹਮ ਰੂਪ ਵਿੱਚ ਹਾਂ ਅਤੇ ਜੀਵ ਤੇ ਤੂੰ ਮੈਨੂੰ ਪਹਿਲਾਂ ਹੀ ਕਰ ਦਿੱਤਾ ਹੈ ਅਤੇ ਆਪਣੇ ਸਰੂਪ ਤੋਂ ਮੈਂ ਭੁੱਲ ਗਿਆ। ਅਤੇ ਜੀਵ ਜੇ ਬਣ ਹੀ ਗਿਆ ਬ੍ਰਹਮ ਤੋਂ ਜੀਵ ਤੂੰ ਕਰ ਦਿੱਤਾ, ਹਜੇ ਵੀ ਨਹੀਂ ਤੂੰ ਛੱਡਦੀ, ਭਾਵ ਅੱਗੇ ਉੱਤੋਂ ਥੱਲੇ ਸੁੱਟ ਦਿੱਤਾ, ਹਜੇ ਵੀ ਨਹੀਂ ਤੂੰ ਛੱਡਦੀ। ਦੱਸ ਵੀ ਹੁਣ ਤੂੰ ਇਹੋ ਜਿਹਾ ਜੱਫਾ ਜਿਹੜਾ ਮਾਰਿਆ, ਕੀ ਤੂੰ ਨਾਸ ਕਰਨਾ ਚਾਹੁੰਦੀ ਮੈਨੂੰ ਕਿ ਜਾਂ ਜੜ ਕਰਨਾ ਚਾਹੁੰਦੀ। ਭਾਵ ਨਾਸ 'ਤੇ ਗੱਲ ਮੁੱਕਦੀ ਹੈ ਵੀ ਜੜ ਕਰੇਂਗੇ, ਫਿਰ ਜੜ ਤੋਂ ਤੂੰ ਹੋਰ ਲੱਗ ਕੇ ਫਿਰ ਨਾਸ ਹੀ ਕਰੇਂਗੇ, ਹੋਰ ਕੀ ਕਰਨਾ ਹੈ ਤੂੰ। ਅਤੇ ਤੂੰ ਕਿਰਪਾ ਹੀ ਕਰ ਮੈਨੂੰ ਛੱਡ ਦੇ ਇਹ ਤ੍ਰਿਸ਼ਨਾ, ਕਿਸੇ ਹੋਰ ਦਾ ਪੱਲਾ ਫੜ, ਕਿਉਂਕਿ ਤੇਰਾ ਇਹੋ ਹੀ ਹਾਲ ਹੈ, ਕੋਟ ਜੋਰੇ ਲਾ ਕਰੋਏ ਮਨ ਨਾ ਹੋ ਰਹੇ। ਤੇਰਾ ਤੂੰ ਮਨ ਨਹੀਂ ਹੋਰ ਹੋਣ ਦੇਣੀ, ਤੂੰ ਆਪਣੇ ਪਾਸੇ ਲਾ ਛੱਡਦੀ।
ਇਸ ਕਰਕੇ ਤੂੰ ਮੇਰਾ ਜਿਹੜਾ ਖਹਿੜਾ ਵਾ ਉਹ ਛੱਡ ਦੇ। ਸਵਈਆ ਸਾਂਤ ਨਿਜਾਂਤਰ ਕਿੰਗ ਨਾ ਗਹੇ। ਸਵਈਆ ਉਚਾਰਨ ਕਰ ਰਹੇ ਹੈ। ਹੁਣ ਕਹਿੰਦੇ ਆ ਸਾਂਤ ਨਿਜਾਤਰ ਨਿਜਾਤਰ ਇਹ ਨਿਜਾਤਰ ਪਾਠ ਨਹੀਂ ਨਿਜਾਂਤਰੀ ਪਾਠ ਹੈ, ਕਿਉਂਕਿ ਅੰਤਰ ਦਾ ਹੋਊਗਾ ਫਿਰ ਉਹਦਾ ਅਰਥ ਬਣਦਾ ਅੰਤਰ। ਸਾਂਤ ਨਿਜਾਂਤਰ ਕਿੰਗ ਨਾ ਗਹੇ। ਪ੍ਰੇਰਨਾ ਕਰਦੇ ਆਪਣੇ ਹੁਣ ਮਨ ਨੂੰ, ਕਿਉਂਕਿ ਅਖੀਰ ਲਿਖਿਆ ਮੋਨ ਗਹੋ ਅਬ ਮੋਹ ਨਾ ਗਹੋ ਤੁਮ ਮੋਰ ਗਿਰਾ ਜਿਨ ਮੋਰ ਮਨਾ। ਮਨ ਨੂੰ ਕਹਿੰਦੇ ਆ ਕਿ ਹੇ ਮਨਾ ਤੂੰ ਆਪਣੇ ਆਪ ਵਿੱਚ ਸ਼ਾਂਤੀ ਕਿਉਂ ਨਹੀਂ ਫੜਦਾ। ਸ਼ਾਂਤ ਨਿਜਾਂਤਰ ਨਿਜ ਆਂਤਰ ਭਾਵ ਜਿਹੜਾ ਹੈ ਬਿੰਦੀ ਹੈ ਨਾ ਨਿਜਾਂਤਰ ਦੀ, ਉਸ ਬਿੰਦੀ ਨੇ ਟਿੱਪੀ ਤੇ ਕੰਨਾਂ ਨੇ ਆੜਾ ਬਣ ਜਾਣਾ ਨਿਜ ਅੰਤਰ ਭਾਵ ਆਪਣੇ ਅੰਤਰ ਆਪਣੇ ਅੰਦਰ ਭਾਵ ਆਪ ਵਿੱਚ ਜਾਂ ਆਪਣੇ ਵਿੱਚ ਜਾਂ ਆਪਣੇ ਆਪ ਵਿੱਚ ਸ਼ਾਂਤੀ। ਕਿੰਗ ਅਰਥ ਕਿਉਂ, ਨਾ ਅਰਥ ਨਹੀਂ। ਆਪਣੇ ਆਪ ਵਿੱਚ ਸ਼ਾਂਤੀ ਕਿਉਂ ਨਹੀਂ ਕਹੇ ਕਈਏ ਪਕੜਦਾ ਕਿਉਂ ਨਹੀਂ ਤੂੰ ਫੜਦਾ ਹੈ ਮਨਾ ਜਾਂ ਹੈ ਜੀਵ। ਕਤ ਡੋਲੇ ਬ੍ਰਿਥਾ ਭਵ ਮੋਹ ਸੋ ਕਨਹਾ। ਤੇ ਕਤ ਕਹੀਏ ਕਿਸ ਵਾਸਤੇ ਤੂੰ ਡੋਲੇ ਕਹੀਏ ਡੋਲਦਾ ਭਾਉਂਦਾ ਫਿਰਦਾ ਬ੍ਰਿਥਾ ਭਾਵ ਵਿਅਰਥ ਹੀ। ਭਾਵ ਮੋਹ ਭਾਵ ਕਹੀਏ ਸੰਸਾਰ ਦੇ ਮੋਹ ਕਹੀਏ ਵਿੱਚ ਸੋ ਕਹੀਏ ਸੋ ਘਨਾ। ਘਨਾ ਅਰਥ ਦਾ ਘਨ ਦਾ ਅਰਥ ਬਹੁਤ। ਸੰਸਾਰ ਵਿੱਚ ਤੂੰ ਬਹੁਤ ਹੀ ਵਿਅਰਥ ਕਿਸ ਵਾਸਤੇ ਭਾਉਂਦਾ ਫਿਰਦਾ, ਕਿਉਂ ਤੂੰ ਡੋਲਦਾ ਫਿਰਦਾ ਹੈ। ਆਪਣੇ ਆਪ ਵਿੱਚ ਤੂੰ ਵੀ ਸ਼ਾਂਤੀ ਕਿਉਂ ਨਹੀਂ ਫੜਦਾ ਹੈ। ਠੀਕ ਹੈ। ਹੋਏ ਯਥਾ ਸੋ ਤਥਾ ਨਿਜ ਹੋਏ। ਕਿਉਂਕਿ ਸੁਣ ਜੋ ਯਥਾ ਭਾਵ ਯਥਾ ਅਰਥ ਜੈਸਾ ਤਥਾ ਅਰਥ ਤੈਸਾ ਭਾਵ ਜੈਸਾ ਹੋਣਾ ਹੈ। ਹੋਏ ਜਥਾ ਜਿਸ ਜਥਾ ਕਿ ਜੈਸਾ ਹੋਏ ਕਿ ਹੋਏਗਾ ਸੋ ਉਹ ਤਥਾ ਕਹੀਏ ਤੈਸਾ ਹੀ ਹੋਏਗਾ। ਨਿਜ ਹੋਵੇ ਨਿਜ ਹੋਏ ਭਾਵ ਆਪਣੇ ਆਪ ਹੀ ਹੋਵੇਗਾ। ਹੋਏ ਜਥਾ ਭਾਵ ਜਿਸ ਤਰ੍ਹਾਂ ਹੋਣਾ ਹੈ ਉਹ ਦੇ ਉਸੇ ਤਰ੍ਹਾਂ ਆਪੇ ਹੀ ਹੋ ਜਾਏਗਾ ਜਾਂ ਆਪੇ ਹੀ ਹੋਵੇਗਾ। ਹੋਏ ਜਥਾ ਸੋ ਤਥਾ ਨਿਜ ਹੋਇਆ ਤੁਮ ਤੇ। ਜਥਾ ਭਾਵ ਜਿਸ ਤਰ੍ਹਾਂ ਜਾਂ ਜੈਸਾ ਜੈਸਾ ਹੋਏਗਾ ਸੋ ਕਹੀਏ ਉਹ ਤੇ ਤਥਾ ਤੈਸਾ ਹੀ ਨਿਜ ਕਹੀਏ ਆਪਣੇ ਆਪ ਹੋਵੇਗਾ ਭਾਵ ਜੈਸਾ ਹੋਣਾ ਤੇ ਉਸੇ ਤਰ੍ਹਾਂ ਹੀ ਹੋਣਾ ਹੈ। ਤੁਮ ਤੇ ਅਨਥਾ ਬਹੁ ਹੋਵਤ ਨਾ। ਤੁਮ ਤੇ ਕਹੀਏ ਤੇਰੇ ਪਾਸੋਂ ਜਾਂ ਤੇਰੇ ਤੋਂ ਤੇਰਾ ਤੋਂ ਦਾ ਜਾਂ ਤੇਰੇ ਤੋਂ ਤੇ ਅਨਥਾ ਕਹੀਏ ਅਨਥਾ ਹੋਰ ਦੇ ਵਾਹੋ ਕਹੀਏ ਉਹ ਹੋਵਤ ਨਾ ਹੁੰਦਾ ਨਾ ਹੋਵਤ ਨਾ। ਹੋਵਤ ਕਾ ਭਾਵ ਹੋਣਾ ਨਾ ਕਹੀਏ ਨਹੀਂ ਹੈ। ਤੇਰੇ ਪਾਸੋਂ ਉਸ ਦਾ ਨਾ ਹੋਣਾ ਨਹੀਂ ਹੋ ਸਕਦਾ। ਠੀਕ ਹੈ ਜੀ। ਤੁਮ ਤੇ ਭਾਵ ਤੇਰੇ ਤੋਂ ਤੇ ਜਿਹੜਾ ਅਨਥਾ ਨਾ ਹੋਰ ਵਾਹੋ ਕਹੀਏ ਉਹ ਤੇ ਹੋਵਤ ਹੋਣਾ ਨਾ ਕਹੀਏ ਨਹੀਂ ਹੈ। ਜੋ ਹੋਣਾ ਤੇ ਉਸੇ ਤਰ੍ਹਾਂ ਹੀ ਹੋਣਾ। ਤੂੰ ਉਹਦੇ ਨੂੰ ਬਦਲ ਤੇ ਸਕਦਾ ਨਹੀਂ ਹੈ। ਕਿਉਂਕਿ ਜੋਗ 'ਚ ਲੇਖ ਲਿਖੋ ਬਿਦਨਾ ਸੋਈ ਪਾਈਏ ਤੇ ਮਿਸਰ 'ਚ ਸੋਚ ਮਾਰੋ। ਮਹਾਰਾਜ ਬਿਦਰ ਉਹਨੂੰ ਕਿਹਾ ਸੀ ਨਾ ਮਿਸਰ ਨੂੰ ਬ੍ਰਾਹਮਣ ਨੂੰ ਅਨੰਦਪੁਰ ਸਾਹਿਬ ਜੋ ਕੁਛ ਲੇਖ ਲਿਖਿਓ ਬਿਦਨਾ। ਪਰਮੇਸ਼ਰ ਨੇ ਜੋ ਕੁਛ ਲੇਖ ਲਿਖਿਆ ਨਾ ਮਿਸਰ ਜੂ ਉਹੀਓ ਪਾਈਦਾ ਬ੍ਰਾਹਮਣ ਜੀ। ਇਸ ਕਰਕੇ ਸੋਗ ਨਵਾਰੋ ਆਪਣਾ ਗਮ ਜਿਹਾ ਛੱਡ ਦਿਓ। ਉਹਦਾ ਨਹੀਂ ਕੋਈ ਫਾਇਦਾ। ਲੇਖ ਨਾ ਮਿਟਾਈ ਹੀ ਸਕੀ ਜੋ ਲਿਖਿਆ ਕਰਤਾਰ। ਨਾਨਕ ਲਲਾਰ ਲਿਖਿਆ ਸੋਏ
ਮੇਟ ਨਾ ਸਕੇ ਕੋਈ ਕਲਾ ਤਾਂ ਰਹਿ ਰਸੋਈ। ਠੀਕ ਆ, ਇਹ ਕਹਿ ਰਹੇ ਆ, ਭਾਵ ਕਹਿਣ ਦਾ ਇਵੇਂ ਵੀ ਅਰਥ ਬਣ ਜਾਂਦਾ ਵਾ ਵੀ ਹੋਏ ਜਥਾ, ਵੀ ਹੇ ਮਨਾ ਵੇਖ ਜਥਾ ਕਹੀਏ ਜਿਸ ਪ੍ਰਕਾਰ ਆਪਣੇ ਮੱਥੇ 'ਤੇ ਲਿਖਿਆ ਹੋਇਆ ਲੇਖ ਪਰਮੇਸ਼ਰ ਨੇ, ਸੋ ਤਥਾ ਨਿਜ ਹੈ। ਸੋ ਕਹੀਏ ਉਹ ਜਿਹੜਾ ਵਾ, ਤਥਾ ਕਹੀਏ ਤੈਸੇ ਹੀ, ਉਸੇ ਤਰ੍ਹਾਂ ਹੀ ਹੋਏ ਜਿਹੜਾ ਨਿਜ ਹੈ, ਆਪਣੇ ਆਪ ਹੀ ਹੋਇਆ ਕਈ ਹੋਵੇਗਾ। ਅਤੇ ਤੇਰੇ ਲਿਖੇ ਤੋਂ ਜਿਹੜਾ ਵੱਖਰਾ ਨਾ, ਤੁਮ 'ਤੇ ਭਾਵ ਤੇਰੇ ਪਾਸੋਂ ਜਾਂ ਤੇਰੇ 'ਤੇ ਮੱਥੇ 'ਤੇ ਜਿਹੜਾ ਲਿਖਿਆ ਹੈ, ਤੁਮ 'ਤੇ, ਤੁਮ ਭਾਵ ਤੇਰੇ 'ਤੇ ਕਹੀਏ ਉੱਤੇ ਜਾਂ ਤੇਰੇ ਮੱਥੇ 'ਤੇ ਜੋ ਲੇਖ ਲਿਖਿਆ ਪਰਮੇਸ਼ਰ ਨੇ, ਅਨਥਾ, ਅਨਥਾ ਭਾਵ ਹੋਰ ਜਿਹੜਾ ਹੈ ਨਾ ਤੇਰਾ ਯਤਨ ਆ, ਅਨਥਾ ਕਹੀਏ ਹੋਰ ਜੋ ਤੇਰਾ ਯਤਨ ਆ, ਵਾਹੋ ਕਹੀਏ ਉਹ ਹੋਵਤ ਨਹੀਂ, ਹੋਵੇਗਾ ਨਾ ਕਹੀਏ ਨਹੀਂ। ਭਾਵ ਤੇਰੀ ਪ੍ਰਾਲਬਧ ਅਨੁਸਾਰ ਹੀ ਤੈਨੂੰ ਜੋ ਮਿਲਣਾ ਆ ਉਹੀ ਉਹ ਹੋਣਾ ਆ। ਐਵੇਂ ਤੂੰ ਆਪਣੇ ਆਪ ਨਾਲ ਡੀਂਗਾ ਮਾਰ, ਆਪਣੇ ਆਪ ਨਾਲ ਛਾਲਾਂ ਮਾਰ, ਇੱਦਾਂ ਕਰ ਲਾ ਉੱਦਾਂ ਕਰ ਲਾ, ਇਹ ਤਾਂ ਬਸ ਜੋ ਪਰਮਾਤਮਾ ਨੇ ਕਰਨਾ ਉਹ ਜੋ ਹੋਣਾ ਵਾ, ਅਤੇ ਤੂੰ ਆਪਣਾ ਤੇਰਾ ਯਤਨ ਕੀਤਾ ਕਿਸੇ ਕੰਮ ਵੀ ਨਹੀਂ ਹੈ। ਜੋ ਹੋਣਾ ਉਹ ਤਾਂ ਹੋਣਾ ਹੀ ਆ, ਤੇਰਾ ਕੀਤਾ ਕੁਝ ਨਹੀਂ ਭਾਵ ਹੋਣਾ। ਪ੍ਰੀਤ ਨਾ ਸਾਥ ਬਤੀਤ ਭਲੀ, ਫਿਰ ਅੱਗੇ ਕਹਿੰਦੇ ਆ ਇਹ ਬਤੀਤ ਭਾਵ ਗੁਜ਼ਰੀ, ਜੋ ਗੱਲ ਗੁਜ਼ਰ ਚੁੱਕੀ। ਕਹਿੰਦੇ ਗੁਜ਼ਰ ਚੁੱਕੀ ਘੜੀ ਦੇ ਨਾਲ ਜਿਹੜੀ ਪ੍ਰੀਤ ਕਰਨੀ ਆ ਨਾ ਭਲੀ, ਉਹ ਚੰਗੀ ਨਹੀਂ। ਸਾਥ ਭਾਵ ਨਾਲ, ਬਤੀਤ ਭਾਵ ਗੁਜ਼ਰੀ, ਗੁਜ਼ਰੀ ਹੋਈ ਗੱਲ ਦੇ ਨਾਲ ਜਾਂ ਗੁਜ਼ਰੇ ਹੋਏ ਸਮੇਂ ਪਲ ਦੇ ਨਾਲ ਜਿਹੜੀ ਪ੍ਰੀਤੀ ਆ ਨਾ ਭਲੀ, ਉਹ ਚੰਗੀ ਨਹੀਂ ਹੈ, ਕਿਉਂਕਿ ਉਸ ਵਿੱਚੋਂ ਕੁਝ ਵੀ ਹੱਥ ਨਹੀਂ ਆਉਂਦਾ ਹੈ। ਕਿਵੇਂ ਕੱਛ ਹੱਥ ਮਿਲੀ ਨਾ ਜਦ ਸੁਪਨਾ, ਕਹਿੰਦੇ ਜਿਵੇਂ ਸੁਪਨਾ ਗੁਜ਼ਰ ਚੁੱਕਾ ਹੁੰਦਾ ਹੈ ਅਤੇ ਉਹਦਾ ਖਿਆਲ ਕੀਤਿਆਂ ਉਸ ਤੋਂ ਕੁਝ ਵੀ ਨਹੀਂ ਮਿਲਦਾ। ਕੱਛ ਹੱਥ ਮਿਲੀ ਨਾ, ਕੁਝ ਵੀ ਹੱਥ ਨਹੀਂ ਮਿਲਦਾ, ਯਥਾ ਸੁਪਨਾ, ਜਿਸ ਤਰ੍ਹਾਂ ਸੁਪਨਾ ਹੁੰਦਾ ਨਾ, ਸੁਪਨਾ ਆਇਆ ਹੁੰਦਾ, ਸੁਪਨੇ ਜੋ ਮਰਜ਼ੀ ਹੋ ਜੇ, ਜੋ ਬੀਤ ਸੁਪਨਾ ਉੱਠ ਪਏ ਅਤੇ ਸੁਪਨੇ ਵਿੱਚ ਕੁਝ ਨਹੀਂ ਮਿਲਦਾ। ਇਸ ਕਰਕੇ ਬੀਤ ਚੁੱਕੀ ਘੜੀ ਦੇ ਨਾਲ ਪ੍ਰੀਤੀ ਕਰਨੀ ਚੰਗੀ ਨਹੀਂ ਹੈ। ਕੱਛ ਹੱਥ ਮਿਲੀ ਨਾ, ਕੁਝ ਵੀ ਹੱਥ ਨਹੀਂ ਮਿਲਦਾ, ਯਥਾ ਸੁਪਨਾ, ਜਿਸ ਤਰ੍ਹਾਂ ਸੁਪਨੇ ਵਿੱਚ ਕੁਝ ਹੱਥ ਨਹੀਂ ਮਿਲਦਾ, ਜਾਂ ਸੁਪਨੇ ਦਾ ਪ੍ਰਾਪਤ ਕੀਤਾ ਕੁਝ ਹੱਥ ਨਹੀਂ ਮਿਲਦਾ ਹੈ। ਮੋਹ ਗਹੋ ਅਬ ਮੋਹ ਨਾ ਗਹੋ, ਤਾਂ ਕਰਕੇ ਫਿਰ ਕਹਿੰਦੇ ਆ ਵੀ ਮੋਹ ਨਾ ਗਹੋ, ਹੁਣ ਤੂੰ ਮਨਾ ਕੀ ਕਰ, ਮੋਹ ਨਾ ਗਹੋ। ਮੌਨ ਭਾਵ ਸ਼ਾਂਤੀ, ਚੁੱਪ, ਤੂੰ ਹੁਣ ਸ਼ਾਂਤੀ ਫੜ, ਚੁੱਪ ਨੂੰ ਗਹੋ ਕਹੀਏ ਗ੍ਰਹਿਣ ਕਰ, ਗਹੋ ਕਹੀਏ ਫੜ, ਚੁੱਪ ਫੜ, ਸ਼ਾਂਤੀ ਫੜ। ਅਤੇ ਅਬ ਮੋਹ ਨਾ ਗਹੋ, ਅਬ ਕਹੀਏ ਹੋਣੀ ਆ ਵੀ ਹੁਣ ਤੂੰ ਸ਼ਾਂਤੀ ਫੜ, ਮੋਹ ਨਾ ਗਹੋ ਤੂੰ, ਅਤੇ ਤੁਮ ਕਹੀਏ ਤੂੰ, ਮੋਹ ਕਹੀਏ ਮੈਨੂੰ, ਨਾ ਕਹੀਏ ਨਹੀਂ, ਗਹੋ ਕਹੀਏ ਫੜ, ਤੂੰ ਮੈਨੂੰ ਨਾ ਫੜ। ਇਹ ਮਨ ਤੂੰ ਸ਼ਾਂਤੀ ਆਪਣੇ ਆਪ 'ਚ ਫੜ, ਮੈਨੂੰ ਨਾ ਫੜ। ਅਤੇ ਮੋਰ ਗਿਰਾ ਜਿਨ ਮੋਰ ਮਨਾ, ਮਨ ਦਾ ਇਹ ਮਨ ਤੂੰ ਮੋਰ ਕਹੀਏ ਮੇਰੀ ਜਿਹੜੀ ਗਿਰਾ ਬਾਣੀ ਆ ਜਾਂ ਬਚਨ ਆ, ਉਹਨਾਂ ਨੂੰ ਤੂੰ ਜਿਹੜਾ ਜਿਨ ਕਹੀਏ ਮੱਤ, ਮੋਰ ਕਹੀਏ ਮੋੜ, ਉਹਨਾਂ ਬਚਨਾਂ ਨੂੰ ਨਾ ਮੋੜ, ਮੇਰੇ ਬਚਨਾਂ ਨੂੰ ਨਾ ਮੋੜ ਤੂੰ। ਅਤੇ ਜਿਨ ਦਾ ਅਰਥ ਹੁੰਦਾ ਨਾ, ਜਿਨ ਦਾ ਅਰਥ ਹੁੰਦਾ ਨਾਸ ਦੇ ਵਿੱਚ, ਜਿਨ ਦਾ ਅਰਥ ਮੱਤ ਵੀ ਅਤੇ ਜਿਨ ਦਾ ਅਰਥ ਨਾ ਵੀ, ਭਾਵ ਤੂੰ ਮੇਰੇ ਬਚਨਾਂ, ਮੇਰੇ ਮੋਰ ਗਿਰਾ, ਮੇਰੇ ਗਿਰਾ ਬਾਣੀ, ਮੇਰੇ ਬਚਨਾਂ ਨੂੰ ਤੂੰ ਜਿਨ ਕਹੀਏ ਮੱਤ ਮੋੜ, ਮੇਰੇ ਬਚਨਾਂ ਨੂੰ ਮੱਤ ਮੋੜ,
ਜਾਂ ਮੋਰ ਗਿਰਾ ਮੇਰੇ ਬਚਨਾਂ ਨੂੰ ਜਿਨ ਕਹੀਏ ਨਾ ਤੂੰ ਮੋਰ ਕਹੀਏ ਮੋੜ ਮਨਾ ਕਹੀਏ ਮਨਾ। ਇਹ ਮਨਾ ਮੇਰੇ ਬਚਨਾਂ ਨੂੰ ਨਾ ਮੋੜ ਅਤੇ ਆਪਣੇ ਆਪ ਸ਼ਾਂਤੀ ਫੜ, ਤੂੰ ਮੈਨੂੰ ਨਾ ਫੜ, ਸਗੋਂ ਤਗੜਿਆਂ ਹੋ ਕੇ ਰਹਿ, ਕਿਉਂਕਿ ਇਹਦੇ ਵਿੱਚ ਕੁਝ ਨਹੀਂ ਮਿਲਦਾ ਹੈ। ਅਸਲ ਵਿੱਚ ਇਸ ਸਵਈਏ ਵਿੱਚ ਮਨ ਨੂੰ ਸਿੱਖਿਆ ਦਿੰਦੇ ਹੋਏ ਭਰਤਰੀ ਜੀ ਨੇ ਬੜਾ ਸੋਹਣਾ ਲਿਖਿਆ ਵਾ ਵੀ ਤੂੰ ਆਪਣੇ ਅੱਜ ਕਿਉਂ ਨਹੀਂ ਸ਼ਾਂਤੀ ਫੜਦਾ, ਐਵੇਂ ਸੰਸਾਰ ਵਿੱਚ ਤੂੰ ਡੋਲਦਾ ਫਿਰਦਾ ਬਹੁਤਾ, ਜਿਸ ਤਰ੍ਹਾਂ ਹੋਣਾ ਤੇ ਉਸੇ ਤਰ੍ਹਾਂ ਹੀ ਹੋਣਾ ਵਾ, ਤੇਰੇ ਤੋਂ ਹੋਰ ਤਾਂ ਕੁਝ ਹੋ ਨਹੀਂ, ਉਲਟਾ ਹੋ ਨਹੀਂ ਸਕਦਾ, ਤੂੰ ਵੱਖਰਾ ਕਰ ਦੇਵੇਂ। ਜੋ ਬੀਤ ਗਿਆ ਸਮਾਂ ਜਦ ਮੁੜ ਚੇਤੇ ਕਰਦਾ ਉਹਦੇ ਨਾਲ ਪ੍ਰੀਤੀ ਕਰਨੀ ਚੰਗੀ ਨਹੀਂ ਹੈ, ਕੁਝ ਹੱਥ ਨਹੀਂ ਮਿਲਦਾ, ਕਿਉਂਕਿ ਜੋ ਬੀਤ ਹੀ ਚੁੱਕਾ ਉਹ 'ਚੋਂ ਕੀ ਮਿਲਣਾ ਹੈ। ਇਹ ਤਾਂ ਸੁਪਨੇ ਦੀ ਨਹੀਂ, ਜਿਵੇਂ ਸੁਪਨਾ ਬੀਤ ਜਾਵੇ ਕੁਝ ਹੱਥ ਨਹੀਂ ਹੁੰਦਾ, ਜਾਂ ਸੁਪਨਾ ਕਿਉਂਕਿ ਬੀਤਦਾ, ਸੁਪਨਾ ਹਮੇਸ਼ਾ ਬੀਤਣਾ ਹੀ ਹੁੰਦਾ, ਕਿਉਂਕਿ ਸੁਪਨਾ ਆ ਰਿਹਾ ਤਾਂ ਕੁਝ ਕਰ ਨਹੀਂ ਸਕਦਾ, ਜਦੋਂ ਬੀਤ ਗਿਆ ਫਿਰ ਆਖੀਦਾ ਇਸ ਤਰ੍ਹਾਂ ਹੋ ਰਿਹਾ ਸੀ, ਉਹਦੇ 'ਚੋਂ ਕੀ ਮਿਲਣਾ, ਕੁਝ ਨਹੀਂ। ਅਤੇ ਮਨਾ ਤੂੰ ਸ਼ਾਂਤੀ ਫੜ, ਕਿਉਂਕਿ ਇਹ ਮਨਾ ਵੇਖ ਜੋ ਤੇਰੇ ਭਾਗਾਂ ਵਿੱਚ ਲਿਖਿਆ ਹੈ ਉਹ ਤੈਨੂੰ ਹੀ ਮਿਲਣਾ, ਉਸ ਨੂੰ ਕੋਈ ਦੂਜਾ ਨਹੀਂ ਲੈ ਸਕਦਾ, ਫਿਰ ਤੂੰ ਇੱਧਰ ਉੱਧਰ ਕਿਉਂ ਭੱਜਾ ਫਿਰਦਾ, ਅਤੇ ਜੋ ਤੇਰੇ ਭਾਗਾਂ ਵਿੱਚ ਹੈ ਹੀ ਨਹੀਂ ਉਹ ਕਦੇ ਮਿਲਣਾ ਹੀ ਨਹੀਂ ਹੈ, ਤਾਂ ਵੀ ਕਿਉਂ ਭੱਜਾ ਫਿਰਦਾ। ਕਿਉਂਕਿ ਇੱਕ ਵਾਰ ਕਹਿੰਦੇ ਗੱਲ ਵਿਦਵਾਨ ਮਹਾਂਪੁਰਸ਼ ਦੱਸਦੇ ਸੀ, ਕਹਿੰਦੇ ਵੀ ਇੱਕ ਜੋਤਸ਼ੀ ਨੇ ਜੋਤਿਸ਼ ਲਾਇਆ ਕਿ ਦੁਨੀਆ ਵਿੱਚ ਪਾਰਸ ਹੈਗਾ ਜਾਂ ਨਹੀਂ, ਜੇ ਹੈਗਾ ਤਾਂ ਕਿੱਥੇ ਅਤੇ ਕਿਸ ਤਰ੍ਹਾਂ ਦੀ ਸ਼ਕਲ ਦਾ ਹੈ। ਉਸ ਦਾ ਹਿਸਾਬ ਤੋਂ ਮਾਲੂਮ ਜਾਂ ਪਤਾ ਹੋਇਆ ਕਿ ਜੋ ਪਾਰਸ ਹੈਗਾ ਹੈ ਜ਼ਰੂਰ ਹੈਗਾ ਹੈ, ਅਟਕ ਦਰਿਆ ਦੇ ਕੰਢੇ ਉੱਤੇ ਫਲਾਣੀ ਸ਼ਕਲ ਵਾਲਾ ਅਤੇ ਫਲਾਣੇ ਘਾਟ ਉੱਤੇ ਪਿਆ ਹੈ। ਇਹ ਪਤਾ ਲੱਗਾ ਕਿ ਪਾਰਸ ਹੈਗਾ ਵਾ ਅਤੇ ਜ਼ਰੂਰ ਹੈਗਾ, ਅਤੇ ਅਟਕ ਦਰਿਆ ਦੇ ਕੰਢੇ 'ਤੇ ਫਲਾਣੀ ਸ਼ਕਲ ਵਾਲਾ ਫਲਾਣੇ ਘਾਟ ਉੱਤੇ ਪਿਆ ਹੈ। ਫਿਰ ਉਸਨੇ ਇਹ ਪ੍ਰਸ਼ਨ ਸੋਚਿਆ ਕਿ ਉਹ ਕਿੱਥੇ ਕਿੰਨਾ ਚਿਰ ਪਿਆ ਰਹੇਗਾ। ਇਸ ਦੇ ਉੱਤਰ ਵਿੱਚ ਹਿਸਾਬ ਨਿਕਲਿਆ ਕਿ 105 ਦਿਨ ਤੱਕ ਉੱਥੇ ਹੀ ਪਿਆ ਰਹੇਗਾ। ਪ੍ਰਸ਼ਨ ਉੱਤਰ ਇੱਦਾਂ ਹੋ ਰਹੇ ਸੀ ਕਿ ਉਹ ਉੱਥੇ ਕਿੰਨਾ ਚਿਰ ਪਿਆ ਰਹੇਗਾ, ਜਿਹੜੇ ਦਰਿਆ ਦੇ ਘਾਟ 'ਤੇ ਤੁਸੀਂ ਕਹਿੰਦੇ ਹੋ। ਕਹਿੰਦੇ ਵੀ ਹਿਸਾਬ ਇਹ ਨਿਕਲਿਆ ਵਾ ਵੀ ਦੱਸਿਆ ਵੀ 105 ਦਿਨਾਂ ਤੱਕ ਉੱਥੇ ਪਿਆ ਰਹੇਗਾ। ਹੁਣ ਇਹ ਜੋਸ਼ੀ ਦਾ ਫੁਰਨਾ ਹੋਇਆ ਕਿ ਮੈਂ ਜਾ ਕੇ ਉਹ ਚੁੱਕ ਲਵਾਂ, ਫਿਰ ਮੈਨੂੰ ਕੋਈ ਭੁੱਖ ਨਹੀਂ ਰਹੇਗੀ, ਲੋਹੇ ਦਾ ਸੋਨਾ ਬਣਾ ਕੇ ਬੇਅੰਤ ਦੌਲਤ ਪੈਦਾ ਕਰ ਲਵਾਂਗਾ ਅਤੇ ਸੰਸਾਰਕ ਸੁੱਖ ਭੋਗਾਂ ਨੂੰ ਭੋਗਾਂਗਾ। ਰਾਜੇ ਮਹਾਰਾਜ ਵੀ ਮੇਰਾ ਸਨਮਾਨ ਕਰਨਗੇ ਅਤੇ ਮੇਰੇ ਬਰਾਬਰ ਨਹੀਂ ਹੋ ਸਕਣਗੇ। ਬਸ ਇਹ ਫੁਰਨਾ ਹੁੰਦੇ ਹੀ ਪਾਸ ਲੈਣ ਦੇ ਇਰਾਦੇ ਨਾਲ ਉੱਠ ਭੱਜਿਆ। ਜਾਂਦਿਆਂ ਠੀਕ ਵੇਲੇ ਸਿਰ 'ਤੇ ਠੀਕ ਟਿਕਾਣੇ 'ਤੇ ਪੁੱਜ ਗਿਆ। ਅੱਜ 105ਵਾਂ ਦਿਨ ਹੈ ਅਤੇ ਅਟਕ ਉਸ ਦੇ ਪੱਤਣ 'ਤੇ ਜਿਹੜਾ ਪੁੱਜ ਗਿਆ। ਜੋਤਿਸ਼ ਦੱਸੇ ਅਨੁਸਾਰ ਉਸੇ ਸ਼ਕਲ ਦਾ ਪੱਥਰ ਦਾ ਵੱਟਾ ਉਸੇ ਜਗ੍ਹਾ 'ਤੇ ਪਿਆ ਹੈ ਜਿਸ ਦਾ ਪਤਾ ਜੋਤਿਸ਼ ਵਿੱਚੋਂ ਮਿਲਿਆ ਸੀ। ਉਸ ਵੱਟੇ ਤੋਂ ਕੋਈ 10 ਕਦਮ ਹੀ ਵਿੱਥ ਉੱਤੇ ਹੀ ਸੀ ਕਿ ਇੱਕ ਪਾਣੀ ਭਰਨ ਵਾਲੀ ਮਾਈ ਨੇ ਇਹ ਵੱਟਾ ਚੁੱਕ ਲਿਆ ਅਤੇ ਦਰਿਆ ਦੇ ਪਾਣੀ ਨਾਲ ਪੈਰਾਂ ਤੋਂ ਮੈਲ ਲਾਉਣ ਲੱਗ ਪਈ। ਉਸੇ ਪਾਰਸ ਪੱਥਰ ਨਾਲ ਮਾਈ ਪੈਰਾਂ ਤੋਂ ਮੈਲ ਖੁਰਚ ਕੇ ਲਾਉਂਦੀ ਹੈ ਅਤੇ ਪੰਡਿਤ ਸਾਹਮਣੇ ਵੇਖ ਰਿਹਾ। ਉਸ ਦਾ ਮੂੰਹ ਵਿੱਚ ਪਾਣੀ ਭਰਿਆ ਹੋਇਆ, ਉਹ ਚਾਹੁੰਦਾ ਕਿ ਝਪੱਟਾ ਮਾਰ ਕੇ ਮਾਈ ਦੇ ਹੱਥਾਂ ਵਿੱਚੋਂ ਇਹ ਵੱਟਾ ਜਿਹਾ ਖੋਹ ਲਵੇ, ਪਰ ਇਹ ਅਯੋਗ ਗੱਲ ਕਰ ਨਹੀਂ ਸਕਦਾ। ਫਿਰ ਖਿਆਲ ਕੀਤਾ ਕਿ ਜੇ ਮੰਗਿਆ ਤਾਂ ਮਾਈ ਨੇ ਦੇਣਾ ਨਹੀਂ ਹੈ, ਉਸਨੇ ਜਵਾਬ ਦੇਣਾ। ਦਰਿਆ ਕੰਢੇ ਉੱਤੇ ਪੱਥਰ ਦੀਆਂ ਥੋੜ੍ਹੀਆਂ ਗੀਟੀਆਂ ਸਨ, ਇਹ ਕੋਈ ਉਹਨਾਂ ਤੋਂ ਵੱਖਰੀ ਹੈ। ਕਿ ਮਾਈ ਨੇ ਜਵਾਬ ਦੇਣਾ ਵੀ ਦਰਿਆ ਕੰਢੇ ਉੱਤੇ ਪੱਥਰ ਦੀਆਂ ਥੋੜ੍ਹੀਆਂ ਗੀਟੀਆਂ, ਇਹ ਕੋਈ ਵੱਖਰੀ ਹੈ ਗੀਟੀ ਜਿਹੜੀ ਤੂੰ ਮੰਗਣ ਡਿਆ, ਥੋੜ੍ਹੇ ਜੇ ਲੈਣੇ 'ਚ ਨਾ ਹੋਰ ਚੁੱਕ ਲਾ। ਪਰ ਮਾਈ ਨੂੰ ਕੀ ਪਤਾ ਜੋ ਇਹ ਪਾਸ ਦੀ ਵੱਟੀ ਹੈ ਅਤੇ ਦੂਜੀਆਂ ਪੱਥਰ ਦੀਆਂ ਵੱਟੀਆਂ ਹਨ। ਫਿਰ ਸੋਚਿਆ ਕਿ ਮਾਈ ਨੂੰ ਕੀ ਦੇਵਾਂ, ਇਹ ਪਾਰਸ ਹੈ, ਮੈਨੂੰ ਦੇ ਭਲਾ ਜੀ। ਅਜਿਹਾ ਮੂਰਖ ਕੌਣ ਹੈ ਜੋ ਆਪਣੇ ਹੱਥ ਵਿੱਚ ਆਇਆ ਹੋਇਆ ਪਾਰਸ ਦੂਜੇ ਨੂੰ ਫੜਾ ਦੇਵੇ। ਪਰ ਹੱਛਾ ਚੁੱਪ ਕਰਕੇ ਬੈਠ ਜਾਂਦਾ ਹਾਂ।
ਮਾਈ ਪੈਰ ਧੋ ਕੇ ਚਲੀ ਜਾਏਗੀ ਤਾਂ ਇਸ ਅਮੋਲਕ ਪੱਥਰ ਨੂੰ ਮੈਂ ਕਹਿੰਦਾ ਚੁੱਕ ਲਵਾਂਗਾ। ਇਹ ਵਿਚਾਰ ਕਰਕੇ ਉਹ ਪੰਡਤ ਲਲਚਾਈ ਨਜ਼ਰ ਨੂੰ, ਲੋਭੀ ਨਜ਼ਰ ਨੂੰ ਮਾਈ ਦੇ ਹੱਥ ਵਿਚਲੇ ਪੱਥਰ ਉੱਤੇ ਗੱਡ ਕੇ ਉਹਦੇ ਸ਼ਾਹੀ ਮਨ 'ਚ ਕਈ ਤਰ੍ਹਾਂ ਦੇ ਮਨੋਰਾਜਾਂ ਨੂੰ ਕਰਦਾ ਹੋਇਆ ਬੈਠ ਗਿਆ। ਮਾਈ ਨੇ ਪੈਰ ਧੋ ਕੇ ਹੱਥ ਵਿਚਲੀ ਗੀਟੀ ਦਰਿਆ ਦੇ ਵਿੱਚ ਵਗਾਹ ਮਾਰੀ ਤਾਂ ਪੰਡਤ ਨੇ ਬੇਵਸਿਆਂ ਹੀ ਡੁੱਬੀ ਮਰ ਗਿਆ। ਹਾਏ ਮਾਈ ਤੂੰ ਇਹ ਕੀ ਲੋੜਾ ਮਾਰਿਆ? ਮੈਂ ਵੱਟਾ ਲੈਣ ਵਾਸਤੇ 4 ਮਹੀਨੇ ਪੈਂਡਾ ਮਾਰਦਾ ਫਲਾਣੀ ਥਾਂ ਤੋਂ, ਮਹੀਨੇ ਮਾਰਦਾ ਫਲਾਣੀ ਥਾਂ ਤੋਂ ਆਇਆ। 105ਵਾਂ ਦਿਨ ਅੱਜ ਆ, ਪਰ ਤੂੰ ਕੀ ਹਨੇਰ ਕੀਤਾ? ਹਨੇਰ ਸਾਈਂ ਦਾ ਤੂੰ ਤੇ ਲੋੜਾ ਮਾਰ ਦਿੱਤਾ ਜੀ। ਇਹ ਕਹਿ ਕੇ ਪੰਡਤ ਤਾਹੀਂ ਮਾਰ ਕੇ ਰੋਣ ਪਿੱਟਣ ਲੱਗ ਪਿਆ। ਸਿਰ ਕੁੱਟਦਾ ਧਰਤੀ 'ਤੇ ਲੇਟਣ ਲੱਗਾ। ਮਾਈ ਨੇ ਤੇਜ ਦੇ ਕੇ ਕਿਹਾ, ਪੰਡਤ ਜੀ ਤੁਸੀਂ ਸਿਆਣੇ ਹੋ ਅਤੇ ਮੈਨੂੰ ਸਿਆਣੇ ਤੁਸੀਂ ਲੱਗ ਰਹੇ ਹੋ। ਜੇ ਮੈਨੂੰ ਪਤਾ ਹੁੰਦਾ ਵੀ ਜੋ ਪੜ੍ਹੇ ਹੋਏ ਵਿਦਵਾਨ ਵੀ ਲੱਗਦੇ ਹੋ ਮੈਨੂੰ। ਉਹ ਮਾਈ ਕਹਿੰਦੀ ਵੀ ਵੇਖੋ ਤੁਸੀਂ ਸਿਆਣੇ ਵੀ ਹੋ, ਫਿਰ ਤੁਸੀਂ ਮੈਨੂੰ ਵਿਦਵਾਨ ਵੀ ਲੱਗਦੇ ਹੋ ਚੰਗੇ ਖਾਸੇ, ਫਿਰ ਇੱਕ ਪੱਥਰ ਦੀ ਗੀੜੀ ਵਾਸਤੇ ਐਵੇਂ ਨਿਆਣਿਆਂ ਬੱਚਿਆਂ ਵਾਂਗ ਰੋਣ ਪਿੱਟਣ ਲੱਗ ਪਏ ਹੋ। ਇੱਥੇ ਪੱਥਰ ਦੀਆਂ ਗੀਟੀਆਂ ਦਾ ਕੋਈ ਘਾਟਾ, ਜਿੰਨੀਆਂ ਚਾਹੋ ਲੈ ਸਕਦੇ ਹੋ। ਪੰਡਤ ਨੇ ਫਿਰ ਬੜਾ ਭਾਰੀ ਜਿਹਾ ਹੋਕਾ ਜਿਹਾ ਭਰ ਕੇ ਕਿਹਾ, ਹੋਕਾ ਜਿਹਾ ਲੈ ਕੇ, ਮਾਈ ਤੂੰ ਕੀ ਜਾਣੇ, ਉਹ ਪੱਥਰ ਦੀ ਗੀਟੀ ਨਹੀਂ ਸੀ, ਉਹਦਾ ਪਾਰਸ ਸੀ। ਪਰ ਤੈਨੂੰ ਕਿਵੇਂ ਪਤਾ ਲੱਗਾ ਜੋ ਪਾਰਸ ਸੀ? ਇਸ ਦੇ ਉੱਤਰ 'ਚ ਪੰਡਤ ਨੇ ਆਪਣੀ ਪਿਛਲੀ ਸਾਰੀ ਵਾਰਤਾ ਸੁਣਾਈ। ਮਾਈ ਨੇ ਕਿਹਾ ਵੀ ਤੈਨੂੰ ਕਿਵੇਂ ਪਤਾ ਲੱਗਾ ਪਾਰਸ? ਉਹ ਫਿਰ ਪੰਡਤ ਨੇ ਸਾਰੀ ਆਪਣੀ ਗੱਲਬਾਤ ਸੁਣਾਈ ਕਿ ਇਸ ਤਰ੍ਹਾਂ ਜੋਤਿਸ਼ ਵਿੱਦਿਆ ਦੇ ਜਾਣਨ ਵਾਲਾ ਮੈਂ, ਅਤੇ ਇਸ ਤਰ੍ਹਾਂ ਨਾਲ ਆਪਣੀ ਵਿੱਦਿਆ ਦੇ ਬਾਲ ਨਾਲ ਉਸਨੂੰ ਪਹਿਲੇ ਪਤਾ ਕੀਤਾ ਸੀ ਮੈਂ, ਫਿਰ ਜਗ੍ਹਾ ਨੂੰ ਜਾਣਿਆ ਅਤੇ ਸੈਂਕੜਾ ਖੂਹਾਂ ਦਾ ਪੈਂਡਾ ਮਾਰ ਕੇ ਇੱਥੇ ਆ ਪੁੱਜਾ ਹਾਂ। ਪਰ ਤੂੰ ਮੇਰੀ ਸਾਰੀ ਕੀਤੀ ਕਤਰੀ ਮਿਹਨਤ ਉੱਤੇ ਪਾਣੀ ਫੇਰ ਦਿੱਤਾ। ਤੂੰ ਤੇ ਮੈਲ ਮੂਲ ਲਾ ਕੇ ਤੇ ਵਗਾ ਮਾਰਿਆ ਵੱਟਾ ਪਾਰਸ, ਤੇ ਹੁਣ ਮੈਂ ਕੀ ਕਰਾਂ? ਮਾਈ ਨੇ ਫਿਰ ਸਹਿਜ ਭਾਅ ਨਾਲ ਪੁੱਛਿਆ, ਪੰਡਤਾ ਤੂੰ ਜੋਤਿਸ਼ ਨਾਲ ਇਹ ਤਾਂ ਸਭ ਕੁਝ ਜਾਣ ਲਿਆ ਤੇ ਤੁਰ ਵੀ ਪਿਆ ਅਤੇ ਪੈਂਡਾ ਕਰਦਿਆਂ ਮੰਜ਼ਿਲ 'ਤੇ ਵੀ ਪੁੱਜ ਗਿਆ, ਪਰ ਇਹ ਸਭ ਕੁਝ ਕਰਨ ਤੋਂ ਪਹਿਲਾਂ ਤੂੰ ਇਹ ਨਹੀਂ ਸੀ ਜਾਣਿਆ ਜੋ ਪਾਰਸ ਦਾ ਪ੍ਰਾਪਤ ਹੋਣਾ ਮੇਰੀ ਕਿਸਮਤ ਵਿੱਚ ਵੀ ਹੈਗਾ ਹੀ ਹੈ ਜਾਂ ਨਹੀਂ? ਇਹ ਕਿਉਂ ਨਹੀਂ ਤੂੰ ਜਾਣਿਆ? ਮੈਂ ਤੇਰੀ ਕਿਸਮਤ ਹਾਂ, ਤੇਰੇ ਭਾਗਾਂ ਵਿੱਚ ਪਾਰਸ ਦਾ ਮਿਲਣਾ ਨਹੀਂ ਹੈ। ਜਾ ਕੇ ਆਰਾਮ ਨਾਲ ਬੈਠ। ਇੰਨਾ ਕਹਿੰਦੇ ਮਾਈ ਸ਼ਾਮ ਹੋ ਗਈ। ਪੜ੍ਹਦੀਆਂ ਵੀ ਅੱਖਾਂ ਖੁੱਲ੍ਹ ਗਈਆਂ। ਜੋ ਚੀਜ਼ ਭਾਗਾਂ ਵਿੱਚ ਹੋਵੇ ਉਸ ਨੂੰ ਕੋਈ ਦੂਜਾ ਲੈ ਨਹੀਂ ਸਕਦਾ। ਮਤਲਬ ਮਾਈ ਸਿੱਖਿਆ ਦੇ ਕੇ ਚਲੀ ਗਈ ਨਾ ਵੀ ਤੂੰ ਇੰਨਾ ਟੇਵਾ ਤੇ ਲਾ ਲਿਆ ਵੀ ਇੱਥੇ ਪਾਰਸ ਦੀ ਵੱਟੀ ਪਾਈ ਨਵੇਂ ਦਿਨਾਂ ਤੱਕ ਪਹੁੰਚਣਾ, ਅਤੇ ਤੈਨੂੰ ਇਹ ਨਾ ਸਮਝ ਆਈ ਵੀ ਤੇਰੀ ਕਿਸਮਤ ਵਿੱਚ ਹੈਗਾ ਕਿ ਨਹੀਂ ਹੈਗਾ, ਕਿ ਮੈਂ ਪਾਰਸ ਨੇ ਤੇਰੇ ਇਹ ਨਾ ਤੈਨੂੰ ਦੱਸਿਆ ਵੀ ਤੇਰੀ ਕਿਸਮਤ 'ਚ ਮੈਂ ਹੈਗਾ ਕਿ ਨਹੀਂ ਹੈਗਾ, ਤੇਰੇ ਭਾਗਾਂ ਵਿੱਚ ਹੈਗਾ ਕਿ ਨਹੀਂ ਹੈ, ਤੈਨੂੰ ਮਿਲਣਾ ਕਿ ਨਹੀਂ ਮਿਲਣਾ। ਜਾ ਕੇ ਆਰਾਮ ਨਾਲ ਬੈਠ। ਇਹ ਕਹਿ ਕੇ ਮਾਈ ਚਲੀ ਗਈ, ਅੱਖਾਂ ਖੁੱਲ੍ਹ ਗਈਆਂ। ਉਹ ਜਿਵੇਂ ਕਹਿੰਦੇ ਆ ਨਾ ਕਿ ਇੱਕ ਰੱਬ ਦੇ ਪਿਆਰੇ ਨੂੰ ਦਰਿਆ ਦੇ ਢਾਹੇ ਵਿੱਚ ਮੋਹਰਾਂ ਦੀ ਭਰੀ ਹੋਈ ਦੇਗ ਦਿਸ ਪਈ ਤਾਂ ਉਸਨੇ ਮਿੱਟੀ ਪਾ ਕੇ ਦੇਗ ਨੂੰ ਉੱਥੇ ਦੱਬ ਦਿੱਤਾ ਅਤੇ ਆਪਣੇ ਘਰ ਨੂੰ ਤੁਰ ਪਿਆ। ਮਨ ਵਿੱਚ ਇਹ ਭਰੋਸਾ ਦ੍ਰਿੜ ਰੱਖਿਆ ਕਿ ਜੇ ਮੇਰੀ ਹੋਈ ਤਾਂ ਆਪੇ ਮੇਰੇ ਕੋਲ ਆ ਜਾਏਗੀ, ਅਤੇ ਜੇ ਮੇਰੇ ਭਾਗਾਂ ਦੇ ਵਿੱਚ ਨਹੀਂ ਹੈ ਤਾਂ ਮੈਂ ਕਿਉਂ ਇਸ ਨੂੰ ਪੱਟਣ ਦੀ ਮਿਹਨਤ ਕਰਾਂ ਅਤੇ ਲੋਕਾਂ ਦੀਆਂ ਅੱਖਾਂ ਵਿੱਚ ਆਵਾਂ। ਅਤੇ ਉਹ ਘਰ ਆ ਗਿਆ ਸੀ ਰੱਬ ਦਾ ਪਿਆਰਾ। ਅੱਧੀ ਰਾਤ ਵੇਲੇ ਚੋਰਾਂ ਨੇ ਇਸ ਦੇ ਘਰ ਸੰਨ ਆ ਲਾਈ ਤਾਂ ਇਸ ਨੇ ਚੋਰਾਂ ਨੂੰ ਕਿਹਾ, ਮੇਰੇ ਘਰ ਵਿੱਚ ਤੁਹਾਨੂੰ ਕੁਝ ਨਹੀਂ ਲੱਭਣਾ, ਐਵੇਂ ਮਿਹਨਤੀ ਕਰੋਗੇ। ਮੈਂ ਅੱਜ ਦਰਿਆ ਦੇ ਢਾਹੇ ਉੱਤੇ ਫਲਾਣੀ ਜਗ੍ਹਾ ਵਿੱਚ ਮੋਹਰਾਂ ਦੀ ਭਰੀ ਹੋਈ ਦੇਗ ਦੱਬੀ ਹੋਈ ਵੇਖ ਆਇਆ ਹਾਂ। ਜੇਕਰ ਤੁਸੀਂ ਦੌਲਤ ਹੀ ਚਾਹੁੰਦੇ ਹੋ ਤਾਂ ਜਾ ਕੇ ਉਸ ਨੂੰ ਪੁੱਟ ਕੇ ਲੈ ਜਾਓ। ਲੋਕਾਂ ਵਿੱਚ ਉਸ ਦੀ ਬਾਬਤ ਇਹ ਗੱਲ ਮਸ਼ਹੂਰ ਸੀ, ਜੋ ਇਹ ਰੱਬ ਦਾ ਭਗਤ ਹੈ ਅਤੇ ਕਦੇ ਵੀ ਝੂਠ ਨਹੀਂ ਬੋਲਦਾ। ਇਸ ਲਈ ਚੋਰਾਂ ਨੂੰ ਉਹਦੀ ਗੱਲ ਦਾ ਇਤਬਾਰ ਆ ਗਿਆ। ਉਹ ਦਰਿਆ ਦੇ ਢਾਹੇ ਵਿੱਚ ਉਸੇ ਜਗ੍ਹਾ ਹੀ ਚਲੇ ਗਏ। ਜਾ ਕੇ ਵੇਖਿਆ ਦੇਗ ਸੱਚਮੁੱਚ ਹੀ ਦੱਬੀ ਹੋਈ ਆ। ਉਹਨਾਂ ਨੇ ਖੁਸ਼ੀ ਨਾਲ ਪੁੱਟ ਕੇ ਬਾਹਰ ਕੱਢ ਲਈ। ਉਸਦਾ ਢੱਕਣ ਲਾ ਕੇ ਵੇਖਿਆ ਤਾਂ ਵਿੱਚ ਸੱਪ ਹੁੰਕਾਰੇ ਪਏ ਮਾਰਨ। ਚੋਰਾਂ ਨੇ ਆਪੋ ਵਿੱਚ ਕਿਹਾ, ਵੇਖਿਆ ਜੀ
ਭਗਤ ਵੀ ਕਿੱਡਾ ਚਲਾਕ ਹੈ, ਸਾਨੂੰ ਇਹਨਾਂ ਸੱਪਾਂ ਨੂੰ ਮਰਵਾਉਣਾ ਚਾਹੁੰਦਾ ਸੀ, ਤਦ ਹੀ ਉਸਨੇ ਮੋਹਰਾਂ ਦਾ ਨਾਮ ਲਿਆ ਸੀ। ਭਲੇ ਨੂੰ ਅਸਾਂ ਢੱਕਣ ਲਾ ਲੈ ਕੇ ਵੇਖਿਆ, ਜੇ ਕਿਤੇ ਐਵੇਂ ਹੀ ਹੱਥ ਪਾ ਦਿੰਦੇ ਫਿਰ ਤਾਂ ਕਹਿਰ ਹੀ ਹੋ ਜਾਣਾ ਸੀ। ਚੰਗਾ ਤਾਂ ਇਹੀ ਹੈ ਜੋ ਇਹੋ ਹੀ ਸੱਪ ਉਸ ਭਗਤ ਉੱਤੇ ਚੱਲ ਸੁੱਟੀਏ ਤਾਂ ਕਿ ਉਸਨੂੰ ਕੀਤੀ ਦਾ ਫਲ ਮਿਲ ਜਾਊਗਾ। ਸਾਨੂੰ ਝੂਠ ਮਾਰਨ ਦਾ ਇਹ ਸਲਾਹ ਕਰਦਿਆਂ ਹੀ ਚੋਰਾਂ ਨੇ ਆਪਣੀਆਂ ਪੱਗਾਂ ਲਾ ਕੇ ਦੇਖਦੇ ਗਲ ਵਿੱਚ ਪਾ ਕੇ ਚੁੱਕ ਲਿਆ ਅਤੇ ਭਗਤ ਦੇ ਮਕਾਨ ਦੇ ਕੋਠੇ 'ਤੇ ਚੜ੍ਹ ਗਏ ਅਤੇ ਜਿੱਥੇ ਭਗਤ ਦਾ ਮੰਜਾ ਡਿੱਠਾ ਹੋਇਆ ਸੀ ਉਸੇ ਜਗ੍ਹਾ ਤੋਂ ਛੱਤ ਪਾੜ ਕੇ ਮੋਘਾ ਕਰ ਲਿਆ ਅਤੇ ਦੇਗ ਨੂੰ ਉਸੇ ਮੋਘੇ ਮੂੰਹ 'ਤੇ ਰੱਖ ਕੇ ਮੂਧਾ ਕਰ ਦਿੱਤਾ। ਦੇਗ ਨੂੰ ਉਸ ਮੋਘੇ ਦੇ ਮੂੰਹ 'ਤੇ ਰੱਖ ਕੇ ਨਾ ਅਤੇ ਮੂਧਾ ਕਰ ਦਿੱਤਾ, ਭਾਵ ਦੇਗ ਪੁੱਠੀ ਕਰ ਲਈ। ਇੱਧਰ ਭਗਤ ਮੰਜੇ 'ਤੇ ਸੁੱਤਾ ਉੱਠ ਕੇ ਪਿਸ਼ਾਬ ਕਰਕੇ ਆਇਆ ਤਾਂ ਉਸਨੇ ਵੇਖਿਆ ਕਿ ਮੇਰੇ ਮੰਜੇ ਉੱਤੇ ਬਿੱਲੀ ਉੱਠ ਸੁੱਤੀ ਹੈ। ਭਗਤ ਸਾਰੇ ਰੂਪਾਂ ਵਿੱਚ ਹੀ ਪ੍ਰਭੂ ਨੂੰ ਵੇਖਦੇ ਹੈ, ਇਸੇ ਕਾਰਨ ਉਸਨੇ ਬਿੱਲੀ ਵਾਸਤੇ ਮੰਜਾ ਛੱਡ ਦਿੱਤਾ ਅਤੇ ਆਪ ਉਸ ਤੋਂ ਪਰਾਂ ਫੋੜੀ ਵਿਛਾ ਕੇ ਲੰਮਾ ਪਿਆ ਗਿਆ। ਜਦ ਭਗਤ ਸੌ ਗਿਆ ਤਾਂ ਬਿੱਲੀ ਉੱਠ ਕੇ ਸ਼ਿਕਾਰ ਮਗਰ ਤੁਰ ਗਈ ਅਤੇ ਮੰਜਾ ਖਾਲੀ ਦਾ ਖਾਲੀ ਰਹਿ ਗਿਆ। ਇਹਨਾਂ ਨੂੰ ਚੋਰਾਂ ਨੇ ਲਿਆ ਕੇ ਦੇਗ ਜਦੋਂ ਮੋਘੇ ਉੱਤੇ ਉਲਟਾ ਦਿੱਤੀ ਅਤੇ ਹੇਠਾਂ ਮੰਜੇ ਉੱਤੇ ਛਣ ਕਰਦੀਆਂ ਮੋਹਰਾਂ ਹਟ ਗਈਆਂ। ਘਰ ਦੇ ਅੰਦਰ ਮੋਹਰਾਂ ਦਾ ਢੇਰ ਲੱਗ ਗਿਆ। ਤਦੇ ਤਾਂ ਕਹਿੰਦੇ ਹੋਏ ਜਥਾ ਸੋ ਤਥਾ ਨਿਜ ਹੋਇਆ ਅਤੇ ਤੋ ਫਲ ਤੋਹਿ ਮਿਲੇ ਬਿਦ ਸਾਚੀ ਹੈ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਤੇਰਾ ਫਲ ਤੈਨੂੰ ਮਿਲੇਗਾ, ਇਹ ਤਾਂ ਕਹਿੰਦੇ ਵਿਧੀ ਸੱਚੀ ਹੀ ਹੈ। ਅਤੇ ਵੇਖੋ ਜੇ ਮੋਹਰਾਂ ਉਹਨਾਂ ਦੇ ਸੱਪ ਸਮਝ ਕੇ ਮੂਧਾ ਮਾਰਿਆ, ਸੱਪ ਚਲੋ ਬੈਠਾ ਸੀ, ਮਾਇਆ ਦੇ ਸੱਪ ਹੀ ਹੁੰਦੇ ਆ। ਸੱਪ ਕਦੇ ਇੱਧਰ ਉੱਧਰ ਭੱਜ ਨੱਠ ਗਿਆ ਅਤੇ ਮੋਹਰਾਂ ਸਾਰੀਆਂ ਡੇਪੀਆਂ ਮੰਜੇ 'ਤੇ ਗਏ ਸੀ ਭਗਤ ਨੂੰ ਮਾਰਨ ਮੰਜੇ 'ਤੇ। ਪਰ ਉਹ ਭਗਤ ਦੇ ਲਹੂ ਸ਼ੰਕਾ ਦੇ ਬਹਾਨੇ ਉੱਠ ਗਏ ਅਤੇ ਬਿੱਲੀ ਆ ਕੇ ਪਈ ਸੀ। ਉਹਨਾਂ ਸੋਚਿਆ ਚਲੋ ਬਿੱਲੀ ਸੌਂ ਜਾਵੇ ਤਾਂ ਚੰਗੀ ਗੱਲ ਹੈ, ਆਪਾਂ ਪਰੇ ਸੌਂ ਜਾਂਦੇ ਹਾਂ। ਇਹ ਵੀ ਚਲੋ ਰੱਬ ਦੀ ਵਿਚਾਰੀ ਆਈ ਹੈ, ਦਾਤ ਆ ਬਿੱਲੀ ਵੀ। ਉਹ ਬਿੱਲੀ ਨੂੰ ਛੱਡ ਕੇ ਚਲੇ ਗਏ, ਪਰ ਕਲਾ ਵਰਤ ਗਈ ਬਿੱਲੀ ਅਤੇ ਉਸੇ ਵੇਲੇ ਬਿੱਲੀ ਨੇ ਕਿਹੜਾ ਬਹਿਣਾ ਸੀ, ਘੜੀ ਦੀ ਘੜੀ ਸੌਣਾ ਸੀ। ਬਿੱਲੀ ਉੱਠ ਕੇ ਚਲੀ ਗਈ, ਮੰਜਾ ਖਾਲੀ ਮੰਜੇ ਸੱਪ ਵੀ ਨੱਠ ਨੁੱਠ ਗਿਆ ਅਤੇ ਉਹ ਜਿਹੜਾ ਆਪਣਾ ਸਾਰੀਆਂ ਮੋਹਰਾਂ ਉੱਤੇ ਅੱਡ ਗਈਆਂ। ਇਸ ਤਰ੍ਹਾਂ ਜੋ ਭਾਗਾਂ ਸੀ ਉਹ ਮਿਲ ਗਿਆ। ਤਾਂ ਹੀ ਗੁਰੂ ਮਹਾਰਾਜ ਕਹਿੰਦੇ ਵਿਣ ਕਰਮਾ ਕੇ ਮਿਲਿਆ ਜੀ। ਵਿਣ ਕਰਮਾ ਤੋਂ ਕਿਸੇ ਨੂੰ ਕੀ ਮਿਲਿਆ, ਜੋ ਭਾਗਾਂ ਵਿੱਚ ਉਹੀ ਮਿਲਦਾ। ਇੱਥੇ ਭਰਤਰੀ ਜੀ ਨੇ ਬੜਾ ਸੋਹਣਾ ਕਿਹਾ, ਮਨਾ ਤੂੰ ਮੇਰੀ ਬਾਣੀ ਜਿਹੜੀ ਆ, ਮੇਰੇ ਬਚਨ ਉਹਨਾਂ ਨੂੰ ਨਾ ਮੋੜ, ਤੂੰ ਸ਼ਾਂਤੀ ਫੜ ਅਤੇ ਮੈਨੂੰ ਨਾ ਸਗੋਂ ਫੜ, ਮੇਰੇ ਨਾਲ ਝਗੜਾ ਕਰ, ਆਪਣੇ ਆਪ ਸ਼ਾਂਤ ਰਹਿ, ਕਿਉਂਕਿ ਜੋ ਮਿਲਣਾ ਉਹ ਮਿਲ ਹੀ ਜਾਣਾ। ਬੀਤੀਆਂ ਗੱਲਾਂ ਨਾਲ ਜਿਹੜੀਆਂ ਵੀ ਉਦੋਂ ਆਨੰਦ ਲੈਂਦੇ ਸੀ ਹੁਣ ਨਹੀਂ ਲੈਂਦੇ, ਇਹ ਗੱਲਾਂ ਕਰਨੀਆਂ ਯੋਗ ਨਹੀਂ ਹੈ। ਅੱਗੇ ਵੀ ਆਨੰਦ ਹੋਣਗੇ ਅਤੇ ਮਿਲ ਹੀ ਜਾਣਗੇ। ਸੋ ਇਸ ਪ੍ਰਕਾਰ ਭਰਤਰੀ ਜੀ ਜਿਹੜੇ ਹੈ ਉਹ ਭਜਨ ਵਿਲਾਸ ਕਰ ਰਹੇ ਹੈ। 5-6 ਛੰਦ ਆਪਾਂ ਪੜ੍ਹ ਹੀ ਲਏ ਗੁਰੂ ਦੀ ਕਿਰਪਾ ਨਾਲ। ਸਵਈਆ ਬਾਕੀ ਕੱਲ੍ਹ ਪੜ੍ਹਾਂਗੇ। ਹੁਣ ਅੱਜ ਇੱਥੇ ਸਮਾਪਤੀ ਕਰ ਦਈਏ। ਭੁੱਲਾਂ ਚੁੱਕਣ ਦੀ ਖਿਮਾ ਜੀ ਵਿਚਾਰਾਂ ਦੀ ਸਮਾਪਤੀ ਹੈ। ਮੋਨ ਗਹੋ ਅਬ ਮੋਹ ਨਾ ਗਹੋ, ਤੁਮ ਮੋਰ ਗਿਰਾ ਜਿਨ ਮੋਰ ਮਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।